ਜਿਹੜਾ ਦਿੱਲੀ 'ਚ ਹੋਇਆ ਸਿੱਖ ਕਤਲੇਆਮ 1984 ਦਾ ਉਸ ਦੀ ਗੱਲਬਾਤ ਹੋਏਗੀ। ਰਿਤੇਸ਼ ਲੱਖੀ ਜੀ ਮੇਰੇ ਨਾਲ ਸ਼ਾਮਲ ਹੋ ਰਹੇ ਹਨ। ਪਰ ਜਿਹੜਾ ਇਹ ਨਵੰਬਰ 1 2 3 ਦਿਨ ਨੇ ਇਹ ਬੜੇ ਮਹੱਤਵਪੂਰਨ ਨੇ। ਜਦੋਂ ਉੱਥੇ ਕਤਲੇਆਮ ਹੋਇਆ ਦਿੱਲੀ ਦੀਆਂ ਗਲੀਆਂ ਦੇ ਵਿੱਚ, ਭੀੜਾਂ ਦੀਆਂ ਭੀੜਾਂ ਕਿਸ ਤਰੀਕੇ ਨਾਲ ਬੇਗੁਨਾਹ ਲੋਕਾਂ ਨੂੰ ਕਤਲ ਕਰਦੇ ਰਹੇ, ਉਹਨਾਂ ਨੂੰ ਤਸੀਹੇ ਦਿੰਦੇ ਰਹੇ। ਅਤੇ ਹੋਰ ਦਿੱਲੀ ਦੇ 3 ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਸਨ ਅਤੇ ਬੇਸਿਕਲੀ 4 ਮੈਂਬਰ ਪਾਰਲੀਮੈਂਟ ਸਨ। 7ਵੀਂ ਲੋਕ ਸਭਾ ਜਿਹੜੀ 1980 ਤੋਂ ਲੈ ਕੇ 1984 ਤੱਕ ਰਹੀ, ਉਸ ਦੇ 4 ਮੈਂਬਰ ਪਾਰਲੀਮੈਂਟ ਸਨ, ਅਲੱਗ-ਅਲੱਗ ਇਲਾਕੇ ਨੂੰ ਰਿਪਰੈਜ਼ੈਂਟ ਕਰਦੇ, ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਕਿ ਉਹਨਾਂ ਨੇ ਦੰਗੇ ਨੂੰ ਭੜਕਾਇਆ। ਮੰਨਿਆ ਜਾਂਦਾ ਕਿ ਤਕਰੀਬਨ 1500 ਦੇ ਆਸ-ਪਾਸ ਜਿਹੜੀ ਕਿਉਂਕਿ ਓਫੀਸ਼ੀਅਲ ਡੈਥ ਕਾਊਂਟ ਜਿਹੜਾ ਦਿੱਲੀ ਕਤਲੇਆਮ ਦੇ ਵਿੱਚ ਰਿਹਾ ਉਹ 2733 ਮੌਤਾਂ ਦੱਸੀਆਂ ਜਾਂਦੀਆਂ ਨੇ, ਜਦਕਿ ਅਨਅਫੀਸ਼ੀਅਲ ਕਾਊਂਟ ਤਾਂ 4000 ਤੋਂ 5000 ਦੇ ਨੇੜੇ ਜਾਂਦਾ ਹੈ। ਜਦੋਂ ਤੁਹਾਡੀ ਗੱਲ ਹੋਈ ਜਗਦੀਸ਼ ਟਾਈਟਲਰ ਨਾਲ, ਉਦੋਂ ਉਹਨੇ ਕੀ ਕੁਛ ਦੱਸਿਆ? ਜਗਦੀਸ਼ ਟਾਈਟਲਰ ਨੇ ਦੱਸਿਆ, ਵੈਸੇ ਤਾਂ ਆਪਣੇ ਆਪ ਨੂੰ ਡਿਫੈਂਡ ਹੀ ਕਰਦਾ ਰਿਹਾ। ਉਸਨੇ ਆਪਣਾ ਡਿਫੈਂਡ ਕੀਤਾ ਕਿ ਮੈਂ ਤਾਂ ਖੁਦ ਮੇਰਾ ਪਰਿਵਾਰ ਸਿੱਖ ਪਰਿਵਾਰ ਹੈ, ਮੈਂ ਖੁਦ ਪੰਜਾਬੀ ਫੈਮਿਲੀ ਤੋਂ ਹਾਂ, ਕੋਈ ਐਸੀ ਗੱਲਬਾਤ ਨਹੀਂ। ਲੇਕਿਨ ਜਿਹੜੀ ਮੇਨ ਗੱਲ ਉਸਨੇ ਦੱਸੀ, ਜੋ ਕਿ ਬੇਸਿਕ ਕਰਕ ਸੀ ਪੂਰੀ ਗੱਲਬਾਤ ਆ, ਉਹ ਇਹ ਸੀ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜਦੋਂ ਸੰਸਕਾਰ ਹੋ ਚੁੱਕਾ ਹੁੰਦਾ ਹੈ, ਉਸ ਤੋਂ ਬਾਅਦ ਰਾਜੀਵ ਗਾਂਧੀ ਉਸਨੇ ਮੈਨੂੰ ਕਿਹਾ, ਯਾਨੀ ਕਿ ਜਗਦੀਸ਼ ਟਾਈਟਲਰ ਨੂੰ ਕਿਹਾ ਕਿ ਤੂੰ ਮੇਰੇ ਨਾਲ ਆਇਆ ਗੱਡੀ 'ਚ ਬੈਠ ਜਾ, ਕਿਉਂਕਿ ਰਾਜੀਵ ਗਾਂਧੀ ਆਪਣੀ ਕਾਰ ਖੁਦ ਡਰਾਈਵ ਕਰਦੇ ਸੀ। ਤੁਸੀਂ ਪੰਜਾਬ ਦਾ ਜ਼ਿਕਰ ਵਾਰ-ਵਾਰ ਕੀਤਾ ਹੈ, ਪੰਜਾਬ ਦੇ ਸਿੱਖਾਂ ਦਾ, ਅਕਾਲੀ ਦਲ ਦਾ, ਉਹਨਾਂ ਦੇ ਜਿਹੜੇ ਮੋਟਿਵਸ ਨੇ, ਏਜੰਡੇ ਨੇ, ਉਹ ਸਿਆਸੀ ਨੇ। ਪਰ ਦਿੱਲੀ ਦੇ ਵਿੱਚ ਇਟਸੈਲਫ ਸਿੱਖਾਂ ਦਾ ਬੜਾ ਇਨਫਲੂਐਂਸ ਰਿਹਾ। ਉੱਥੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਵੱਡੀ ਉਹਨਾਂ ਦੀਆਂ ਸੰਸਥਾਵਾਂ ਬਣਾਈਆਂ ਹੋਈਆਂ ਨੇ। ਗੁਰਦੁਆਰਾ ਸਾਹਿਬ ਨੇ, ਸਿੱਖਾਂ ਦੀ ਕਾਫੀ ਪਾਪੂਲੇਸ਼ਨ ਹੈ ਉੱਥੇ, ਜਿਹੜੇ ਮਿਡਲ ਕਲਾਸ ਦੇ ਅਪਰ ਮਿਡਲ ਕਲਾਸ ਨਾਲ ਬਿਲੋਂਗ ਕਰਦੇ ਨੇ, ਉਹਨਾਂ ਨੇ ਕੋਈ ਉੱਤਾ ਨਹੀਂ ਬਚਿਆ। The Harjinder Thin Show। ਜਿਹੜਾ ਦਿੱਲੀ 'ਚ ਹੋਇਆ ਸਿੱਖ ਕਤਲੇਆਮ 1984 ਦਾ ਉਸ ਦੀ ਗੱਲਬਾਤ ਹੋਏਗੀ। ਰਿਤੇਸ਼ ਲੱਖੀ ਜੀ ਮੇਰੇ ਨਾਲ ਸ਼ਾਮਲ ਹੋ ਰਹੇ ਹਨ। ਤੁਸੀਂ ਪਹਿਲਾਂ ਪੰਜਾਬ ਤੋਂ ਉਹਨਾਂ ਦੀ ਗੱਲਬਾਤ ਸਾਡੇ ਨਾਲ ਸੁਣਦੇ ਰਹੇ ਹੋ, ਲੇਕਿਨ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਹੁਣ ਉਹ ਇੱਥੇ ਸਾਡੇ ਸਟੂਡੀਓਜ਼ ਦੇ ਵਿੱਚ ਆ ਗਏ ਨੇ ਅਤੇ ਉਹ ਸਾਡੇ ਨਾਲ ਇੱਥੇ ਤੁਸੀਂ ਉਹਨਾਂ ਦੀ ਰਿਪੋਰਟਸ ਅਤੇ ਹੋਰ ਗੱਲਾਂ ਬਾਤਾਂ ਸਾਡੇ ਨਾਲ ਸੁਣਿਆ ਕਰੋਗੇ। ਰਿਤੇਸ਼ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ, ਵੈਲਕਮ। ਸਤਿ ਸ਼੍ਰੀ ਅਕਾਲ ਥਿੰਡ ਸਾਹਿਬ ਅਤੇ ਰੈੱਡ FM ਦੇ ਸਾਰੇ ਦਰਸ਼ਕਾਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਚਾਹੁੰਦਾ, ਪਹਿਲਾਂ ਆਪਾਂ ਗੈਂਗਸਟਰਿਜ਼ਮ ਅਤੇ ਹੋਰ ਕਾਫੀ ਗੱਲਾਂ ਬਾਤਾਂ ਕੀਤੀਆਂ, ਪਰ ਜਿਹੜਾ ਇਹ ਨਵੰਬਰ 1 2 3 ਦਿਨ ਨੇ ਇਹ ਬੜੇ ਮਹੱਤਵਪੂਰਨ ਨੇ। ਜਦੋਂ ਉੱਥੇ ਕਤਲੇਆਮ ਹੋਇਆ ਦਿੱਲੀ ਦੀਆਂ ਗਲੀਆਂ ਦੇ ਵਿੱਚ, ਭੀੜਾਂ ਦੀਆਂ ਭੀੜਾਂ ਕਿਸ ਤਰੀਕੇ ਨਾਲ ਬੇਗੁਨਾਹ ਲੋਕਾਂ ਨੂੰ ਕਤਲ ਕਰਦੇ ਰਹੇ, ਉਹਨਾਂ ਨੂੰ ਤਸੀਹੇ ਦਿੰਦੇ ਰਹੇ ਅਤੇ ਹੋਰ ਅੱਗਾਂ ਲਾਉਂਦੇ ਰਹੇ। ਉਸ ਤੋਂ ਬਾਅਦ ਦਰਅਸਲ ਜੇ ਆਪਾਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਪਿੱਛੋਂ ਜਿਹੜੀ ਵੀ ਅਨਾਊਂਸਮੈਂਟ ਹੋਈ ਆਲ ਇੰਡੀਆ ਰੇਡੀਓ ਤੋਂ ਹੋਈ, ਉਹ 'ਚ ਪਹਿਲੀ ਵਾਰੀ ਸ਼ਾਇਦ ਦੱਸਿਆ ਗਿਆ ਕਿ ਇੰਦਰਾ ਗਾਂਧੀ ਦਾ ਕਤਲ ਉਹਨਾਂ ਦੇ ਸਿੱਖ ਬਾਡੀਗਾਰਡਸ ਵੱਲੋਂ ਕੀਤਾ ਗਿਆ। ਏਮਸ ਤੋਂ ਫਿਰ ਭੀੜਾਂ ਸੀ ਜਿਹੜੀਆਂ ਉਹ ਉਹਨਾਂ ਇਲਾਕਿਆਂ 'ਚ ਤੁਰ ਪਈਆਂ ਜਿੱਥੇ ਸਿੱਖ ਰਹਿੰਦੇ ਸੀ ਜਾਂ ਉਹਨਾਂ ਦੇ ਬਿਜ਼ਨਸਿਸ ਸੀ। ਔਰ ਉਹਦੇ ਵਿੱਚ ਇੱਕ ਜਿਹੜੀ ਭਾਸ਼ਣ ਹੈ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ, ਔਰ ਉਹ ਭਾਸ਼ਣ ਕਿ ਜਦੋਂ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਕੰਬਦੀ ਹੈ, ਉਸਨੇ ਬਲਦੀ 'ਤੇ ਤੇਲ ਪਾਇਆ। ਇਹ ਗੱਲਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਲੇਕਿਨ ਹਰ ਸਾਲ ਜਦੋਂ ਵੀ ਅਸੀਂ ਇਹਨੂੰ ਚੇਤੇ ਕਰਦੇ ਹਾਂ, ਉਹਦੇ 'ਚ ਕਮੇਟੀਆਂ ਦੀ, ਕਮਿਸ਼ਨਸ ਦੀ, ਲੋਕਾਂ ਨੂੰ ਸਜ਼ਾ ਦੇਣ ਦੀ ਗੱਲ ਚੱਲਦੀ ਹੈ। ਮੈਂ ਅੱਜ ਤੁਹਾਡੇ ਨਾਲ ਗੱਲ ਇਹ ਕਰਨੀ ਚਾਹੁੰਦਾ ਕਿ ਜਦੋਂ ਇਹ ਕਤਲੋਗਾਰਤ ਹੋ ਰਹੀ ਸੀ, ਤੁਸੀਂ ਬਹੁਤ ਜਿਹੜੇ ਮਹੱਤਵਪੂਰਨ ਵਿਅਕਤੀ ਨੇ ਇਸ ਜਿਹੜੇ ਸਾਰੇ ਐਪੀਸੋਡ ਦੇ ਵਿੱਚ, ਉਹਨਾਂ ਨੂੰ ਮਿਲੇ, ਉਹਨਾਂ ਨੂੰ ਵੇਖਿਆ, ਇੰਟਰਵਿਊਜ਼ ਕੀਤੀਆਂ, ਸਮੇਤ ਜਗਦੀਸ਼ ਟਾਈਟਲਰ ਦੇ ਵੀ ਤੁਸੀਂ ਉਹਨੇ ਇੰਟਰਵਿਊ ਕੀਤੀ ਹੈ। ਸਾਨੂੰ ਇਹ ਦੱਸੋ ਬਈ ਕਿੰਨੇ ਕੁ ਲੋਕ ਇਨਵੋਲਵ ਸੀ ਔਰ ਕਿਹੜੇ ਲੋਕ ਸੀ ਜਿਹੜੇ ਭੀੜਾਂ ਦੀ ਅਗਵਾਈ ਕਰਦੇ ਸੀ, ਭੀੜਾਂ ਨੂੰ ਲੈ ਕੇ ਤੁਰਦੇ ਸਨ, ਅਤੇ ਜਗਦੀਸ਼ ਟਾਈਟਲਰ ਨਾਲ ਤੁਹਾਡੀ ਕੀ ਗੱਲਬਾਤ ਹੋਈ? ਥਿੰਡ ਸਾਹਿਬ 38 ਸਾਲ ਹੋ ਚੁੱਕੇ ਨੇ ਇਸ ਕਤਲੇਆਮ ਨੂੰ, ਅਤੇ ਅੱਜ ਵੀ ਸਾਡੇ ਮਨਾਂ ਦੇ ਵਿੱਚ ਸੰਤਾਪ ਵੀ ਹੈ, ਗੁੱਸਾ ਵੀ ਹੈ ਵੀ ਇਨਸਾਫ ਨਹੀਂ ਹੋ ਪਾਇਆ। ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਕਿ ਇਸ ਕਤਲੇਆਮ ਦਾ ਜਿਹੜਾ ਸਕੇਲ ਸੀ ਕੀ ਸੀ ਦਿੱਲੀ ਦੇ ਵਿੱਚ, ਕੋਈ ਦਿੱਲੀ ਬਹੁਤ ਵੱਡਾ ਸ਼ਹਿਰ ਹੈ, ਦਿੱਲੀ ਦੇ 3 ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਸਨ ਅਤੇ ਬੇਸਿਕਲੀ 4 ਮੈਂਬਰ ਪਾਰਲੀਮੈਂਟ ਸਨ। 7ਵੀਂ ਲੋਕ ਸਭਾ ਜਿਹੜੀ 1980 ਤੋਂ ਲੈ ਕੇ 1984 ਤੱਕ ਰਹੀ, ਉਸ ਦੇ 4 ਮੈਂਬਰ ਪਾਰਲੀਮੈਂਟ ਸਨ, ਅਲੱਗ-ਅਲੱਗ ਇਲਾਕਿਆਂ ਨੂੰ ਰਿਪਰੈਜ਼ੈਂਟ ਕਰਦੇ, ਜਿਨ੍ਹਾਂ
ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਕਿ ਉਹਨਾਂ ਨੇ ਦੰਗੇ ਨੂੰ ਭੜਕਾਇਆ। ਉਹਨਾਂ ਦੇ ਵਿੱਚੋਂ ਸੱਜਣ ਕੁਮਾਰ, ਜਗਦੀਸ਼ ਟਾਈਟਲਰ, HKL ਭਗਤ ਜੋ ਕਿ ਉਸ ਵਕਤ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਸਨ, ਤੇ ਧਰਮਦਾਸ ਸ਼ਾਸਤਰੀ ਅਲੱਗ-ਅਲੱਗ ਏਰੀਆਜ਼ ਨੂੰ ਰਿਪਰੈਜ਼ੈਂਟ ਕਰਦੇ ਸੀ। ਲੇਕਿਨ ਜਿਹੜਾ ਸਭ ਤੋਂ ਵੱਡਾ ਕਤਲ-ਗਾਰਤ ਜਿੱਥੇ ਹੋਈ ਉਹ ਇਲਾਕਾ ਸੀ ਟਰਾਂਸ ਯਮਨਾ ਪਾਰ, ਜਿਸ ਨੂੰ ਕਿਹਾ ਜਾਂਦਾ ਹੈ, ਦਿੱਲੀ ਈਸਟ ਵੀ ਇਸ ਨੂੰ ਕਹਿ ਦਿੰਦੇ ਹੈਗੇ ਨੇ। ਸੋ ਯਮਨਾ ਪਾਰ ਦਾ ਇਲਾਕਾ ਬਹੁਤ ਵੱਡਾ ਪ੍ਰਭਾਵਿਤ ਇਲਾਕਾ ਸੀ, ਤੇ HKL ਭਗਤ ਇੱਥੋਂ ਦੇ ਮੈਂਬਰ ਪਾਰਲੀਮੈਂਟ ਸੀ, ਤੇ ਉਹਨਾਂ ਦੇ ਨਾਲ ਉੱਥੇ ਦੇ ਜਿਹੜੇ ਲੋਕਲ ਕਾਉਂਸਲਰ ਲੈਵਲ ਦੇ ਲੋਕ ਸੀ, ਉਹ ਲੋਕ ਇਨਵੋਲਵ ਸੀ ਦੰਗੇ ਦੇ ਵਿੱਚ। ਮੰਨਿਆ ਜਾਂਦਾ ਕਿ ਤਕਰੀਬਨ 1500 ਦੇ ਆਸ-ਪਾਸ, ਜਿਹੜੀ ਕਿਉਂਕਿ ਆਫੀਸ਼ੀਅਲ ਡੈਥ ਕਾਊਂਟ ਜਿਹੜਾ ਦਿੱਲੀ ਕਤਲੇਆਮ ਦੇ ਵਿੱਚ ਰਿਹਾ ਉਹ 2733 ਮੌਤਾਂ ਦੱਸੀਆਂ ਜਾਂਦੀਆਂ ਨੇ, ਜਦਕਿ ਅਨਅਫੀਸ਼ੀਅਲ ਕਾਊਂਟ ਤਾਂ 4000 ਤੋਂ ਜਾਂ 5000 ਦੇ ਨੇੜੇ ਆ, 5000 ਦੇ ਨੇੜੇ ਜਾਂਦਾ ਹੈ। ਆਲ ਓਵਰ ਇੰਡੀਆ ਦੇ ਵਿੱਚ ਫਿਗਰ ਜਿਹੜੀ 3325 ਆਫੀਸ਼ੀਅਲ ਕਾਊਂਟ ਹੈ, ਲੇਕਿਨ ਦਿੱਲੀ ਦੇ ਵਿੱਚ 2733 ਮੌਤਾਂ ਹੋਈਆਂ, ਜਿਨ੍ਹਾਂ ਦੇ ਵਿੱਚੋਂ ਲਗਭਗ 1500 ਮੌਤਾਂ ਟਰਾਂਸ ਯਮਨਾ ਪਾਰ ਦੇ ਇਲਾਕੇ ਵਿੱਚ ਕਤਲ ਜਿਹੜੇ ਹੈ ਕੀਤੇ ਗਏ। ਇੱਕ ਬਸਤੀ ਸੀ ਜੋ ਕਿ ਏਸ਼ੀਆਡ ਜਿਹੜਾ ਖੇਡ ਹੋਈ ਸੀ 83 ਦੇ ਵਿੱਚ, ਉਸ ਵਕਤ ਵਸਾਈ ਗਈ ਸੀ। ਇੰਦਰਾ ਗਾਂਧੀ ਨੇ ਹੀ ਇਨਫੈਕਟ ਇਸ ਇਲਾਕੇ ਦੇ ਵਿੱਚ ਲੋਕਾਂ ਨੂੰ ਵਸਾਇਆ ਸੀ, ਤੇ ਜਿਹੜੀ ਸਿੱਖ ਪਾਪੂਲੇਸ਼ਨ ਸੀ ਉਹ ਬਹੁਤ ਹੀ ਪਿਛੜੇ ਤਬਕੇ ਤੋਂ ਸਿੱਖ ਲੀਗਰ ਬਿਰਾਦਰੀ ਦੇ ਲੋਕ ਸੀ, ਯਾਨੀ ਕਿ ਜਿਹੜੇ ਬਹੁਤ ਛੋਟੇ ਮੋਟੇ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਸੀ। ਉਹਨਾਂ ਦੀ ਬਸਤੀਆਂ ਸੀ, ਕਲੋਨੀ ਸੀ। ਵਾਰਡ ਨੰਬਰ 32, 36 ਤੇ 13 ਨੰਬਰ ਵਾਰਡ ਦੱਸੇ ਜਾਂਦੇ ਨੇ, ਤੇ ਸਭ ਤੋਂ ਪਹਿਲਾਂ 36 ਨੰਬਰ ਵਾਰਡ 'ਚ ਇੱਕ ਗੁਰਦੁਆਰੇ ਨੂੰ ਅੱਗ ਲਾਈ ਗਈ। ਉੱਥੇ ਲੋਕਲ ਕਾਉਂਸਲਰ ਸੀ, ਉੱਥੇ ਇੱਕ ਡਾਕਟਰ ਅਸ਼ੋਕ ਸੀ, ਤੇ ਇੱਕ ਹੋਰ ਸੀ, ਮੈਂ ਨਾਂ ਨਹੀਂ ਅਜੇ ਰਿਕਾਲ ਕਰ ਪਾ ਰਿਹਾ। ਇਹ ਲੋਕ HKL ਭਗਤ ਦੇ ਹੀ ਬੰਦੇ ਮੰਨੇ ਜਾਂਦੇ ਸਨ, ਤੇ HKL ਭਗਤ ਕਿਉਂਕਿ ਕਾਲਾ ਚਸ਼ਮਾ ਲਾਉਂਦੇ ਸਨ, ਇਹਨਾਂ ਦੀ ਪਛਾਣ ਲੋਕਾਂ ਨੂੰ ਚੰਗੀ ਤਰ੍ਹਾਂ ਸੀ। ਬਾਅਦ ਦੇ ਵਿੱਚ ਲੋਕਾਂ ਨੇ ਸ਼ਨਾਖਤ ਵੀ ਕੀਤੀ, ਲੇਕਿਨ ਇਹਨਾਂ ਦਾ ਨਾਂ FIR ਦੇ ਵਿੱਚ ਨਹੀਂ ਪੁਲਿਸ ਨੇ ਪਾਇਆ। ਸੋ 36 ਨੰਬਰ ਵਾਰਡ ਦੇ ਵਿੱਚ ਗੁਰਦੁਆਰੇ ਨੂੰ ਅੱਗ ਲਾਉਣ ਤੋਂ ਬਾਅਦ ਸਿੱਖ ਜਿਹੜੇ ਉੱਥੇ ਦੇ ਸਥਾਨਕ ਵਸਨੀਕ ਸਨ ਉਹ ਇਕੱਠੇ ਵੀ ਹੋਏ। ਉਹਨਾਂ ਨੇ ਵੀ ਆਪਣਾ ਤਿਆਰੀ ਕੀਤੀ ਵੀ ਮੁਕਾਬਲਾ ਹੋਏਗਾ ਉੱਥੇ, ਲੇਕਿਨ ਉੱਥੇ ਇੱਕ ਪੁਲਿਸ ਅਫਸਰ ਸੀ ਤਿਆਗੀ ਨਾਂ ਦੇ, ਰਘਬੀਰ ਤਿਆਗੀ ਸ਼ਾਇਦ ਉਹਨਾਂ ਦਾ ਨਾਮ ਸੀ। ਜੀ ਸੋ ਤਿਆਗੀ ਉਹਨਾਂ ਨੇ ਜਾ ਕੇ ਉੱਥੇ ਲੋਕਾਂ ਨੂੰ ਸਮਝਾਇਆ, ਤੇ ਉਹਨਾਂ ਤੋਂ ਹਥਿਆਰ ਉਹਨਾਂ ਦੇ ਲੈ ਲਏ, ਤੇ ਹਥਿਆਰ ਲੈਣ ਤੋਂ ਬਾਅਦ ਪੁਲਿਸ ਉੱਥੋਂ ਚਲੀ ਗਈ, ਜਿਸ ਤੋਂ ਬਾਅਦ ਫਿਰ ਦੁਬਾਰਾ ਭੀੜ ਆਈ, ਫਿਰ ਉੱਥੇ ਕਤਲੋ-ਗਾਰਤ ਹੋਈ, ਤੇ ਤਕਰੀਬਨ 1300 ਤੋਂ 1500 ਦੇ ਆਸ-ਪਾਸ ਕਾਊਂਟ ਦੱਸਿਆ ਜਾਂਦਾ, ਜੋ ਕਿ ਉਸ ਇਲਾਕੇ ਦੇ ਵਿੱਚ ਲੋਕਾਂ ਨੂੰ ਕਤਲ ਕੀਤਾ ਗਿਆ, ਸਿੱਖਾਂ ਨੂੰ ਕਤਲ ਕੀਤਾ ਗਿਆ। ਬਹੁਤ ਵੱਡਾ ਸਾਕਾ ਸੀ। ਇਸ ਦੇ ਨਾਲ ਹੀ ਦਿੱਲੀ ਸਾਊਥ ਦਾ ਇਲਾਕਾ, ਹੁਣ ਦਿੱਲੀ ਸਾਊਥ ਤੇ ਸਾਊਥ ਵੈਸਟ ਇਲਾਕਾ ਸੀ ਸੱਜਣ ਕੁਮਾਰ, ਜਿਹੜਾ ਜਿਸ ਨੂੰ ਇਸ ਕੇਸ ਦੇ ਵਿੱਚ ਸਜ਼ਾ ਹੋਈ, ਜੋ ਜੇਲ੍ਹ ਦੇ ਵਿੱਚ ਹੈ। ਸੱਜਣ ਕੁਮਾਰ ਮੈਂਬਰ ਪਾਰਲੀਮੈਂਟ ਡਿਨੋਟ ਕਰਦਾ ਸੀ ਦਿੱਲੀ ਆਊਟਰ ਦਾ ਏਰੀਆ, ਦਿੱਲੀ ਆਊਟਰ ਕਿਹਾ ਜਾਂਦਾ, ਮੈਂਬਰ ਪਾਰਲੀਮੈਂਟ ਦਿੱਲੀ ਆਊਟਰ ਵਾ ਸੱਜਣ ਕੁਮਾਰ, ਜਿਹਨੂੰ ਸਜ਼ਾ ਹੋਈ ਹੈ। ਸੋ ਉਸ ਇਲਾਕੇ ਦੇ ਵਿੱਚ ਦਿੱਲੀ ਕੈਂਟ ਤੇ ਦਿੱਲੀ ਸਾਊਥ ਵੈਸਟ ਮੰਗੋਲਪੁਰੀ ਦੇ ਇਲਾਕੇ ਆਉਂਦੇ ਸੀ। ਉੱਥੇ ਵੀ ਤਕਰੀਬਨ 400-500 ਦੇ ਆਸ-ਪਾਸ ਜਿਹੜੇ ਲੋਕਾਂ ਨੂੰ ਕਤਲ ਕੀਤਾ ਗਿਆ। ਜਗਦੀਸ਼ ਟਾਈਟਲਰ ਦੀ ਜਿੱਥੋਂ ਤੱਕ ਗੱਲ ਹੈ, ਜਗਦੀਸ਼ ਟਾਈਟਲਰ ਦੇ ਇਲਾਕੇ ਦੇ ਵਿੱਚ ਉਨੀ ਕਤਲੋ-ਗਾਰਤ ਨਹੀਂ ਹੋਈ, ਲੇਕਿਨ ਇੱਕ ਪਾਰਟੀਕੂਲਰ ਇੰਸੀਡੈਂਟ ਸੀ ਗੁਰਦੁਆਰਾ ਪੁਲ ਬੰਗਸ਼, ਜਿੱਥੇ ਕਿ ਬਾਦਲ ਸਿੰਘ ਨਾਂ ਦੇ ਇੱਕ ਸਿੱਖ ਤੇ ਉਹਨਾਂ ਦੇ ਨਾਲ ਦੋ ਹੋਰ ਸਾਥੀ ਸਨ, ਉਹਨਾਂ ਨੂੰ ਸਾੜਤਾ ਗਿਆ ਸੀ, ਪਾਊਡਰ ਪਾ ਕੇ ਉਹਨਾਂ ਨੂੰ ਗੁਰਦੁਆਰੇ ਦੇ ਬਾਹਰ ਅੱਗ ਲਾਤੀ ਗਈ ਸੀ। ਤੇ ਉਸ ਕੇਸ ਦੇ ਵਿੱਚ ਜਗਦੀਸ਼ ਟਾਈਟਲਰ ਦੀ ਭੂਮਿਕਾ ਸਾਹਮਣੇ ਆਈ ਸੀ। ਕੁਝ ਪ੍ਰਤੱਖਦਰਸ਼ੀ ਆਏ ਸੀ, ਆਈ ਵਿਟਨੈਸਿਸ ਨੇ ਕੋਟ ਕੀਤਾ ਸੀ ਵੀ ਜਗਦੀਸ਼ ਪਾਇਲਟ ਇਹ ਕਹਿੰਦਾ ਹੋਇਆ ਆਪਣੀ ਅਫੀਸ਼ੀਅਲ ਗੱਡੀ ਵਿੱਚ ਆ ਕੇ ਲੋਕਾਂ ਨੂੰ ਕਹਿੰਦਾ ਸੁਣਿਆ ਗਿਆ ਵੀ ਦਿੱਲੀ ਦੇ ਹੋਰ ਇਲਾਕਿਆਂ ਵਿੱਚ ਤਾਂ ਐਡੇ ਵੱਡੇ ਲੈਵਲ ਦੀ ਕਤਲੋ-ਗਾਰਤ ਹੋ ਗਈ ਹੈ, ਤੇ ਤੁਸੀਂ ਆਪਣੇ ਇਲਾਕੇ 'ਚ ਕੁਝ ਕੀਤਾ ਹੀ ਨਹੀਂ ਹੈ। ਸੋ ਇਸ ਤਰੀਕੇ ਦੀ ਜਿਹੜੀਆਂ ਗੱਲਾਂ ਬਾਤਾਂ ਜਗਦੀਸ਼ ਟਾਈਟਲਰ ਦੇ ਸੰਦਰਭ ਵਿੱਚ ਆਈਆਂ। ਤੁਹਾਡੀ ਗੱਲ ਹੋਈ ਜਗਦੀਸ਼ ਟਾਈਟਲਰ ਨਾਲ, ਉਦੋਂ ਉਹਨੇ ਕੀ ਕੁਛ ਦੱਸਿਆ? ਜਗਦੀਸ਼ ਟਾਈਟਲਰ ਨੇ ਦੱਸਿਆ, ਵੈਸੇ ਤਾਂ ਆਪਣੇ ਆਪ ਨੂੰ ਡਿਫੈਂਡ ਹੀ ਕਰਦਾ ਰਿਹਾ। ਉਸਨੇ ਆਪਣਾ ਡਿਫੈਂਡ ਕੀਤਾ ਕਿ ਮੈਂ ਤਾਂ ਖੁਦ, ਮੇਰਾ ਪਰਿਵਾਰ ਸਿੱਖ ਪਰਿਵਾਰ ਹੈ, ਮੈਂ ਖੁਦ ਪੰਜਾਬੀ ਫੈਮਿਲੀ ਤੋਂ ਹੈ, ਤਾਂ ਕੋਈ ਐਸੀ ਗੱਲਬਾਤ ਨਹੀਂ ਹੈ। ਲੇਕਿਨ ਜਿਹੜੀ ਮੇਨ ਗੱਲ ਉਸਨੇ ਦੱਸੀ, ਜੋ ਕਿ ਬੇਸਿਕ ਕਰਕ ਸੀ ਪੂਰੀ ਗੱਲਬਾਤ ਆ, ਉਹ ਇਹ ਸੀ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜਦੋਂ ਸੰਸਕਾਰ ਹੋ ਚੁੱਕਾ ਹੁੰਦਾ ਹੈ, ਉਸ ਤੋਂ ਬਾਅਦ ਰਾਜੀਵ ਗਾਂਧੀ ਉਸਨੇ ਮੈਨੂੰ ਕਿਹਾ, ਯਾਨੀ ਕਿ ਜਗਦੀਸ਼ ਟਾਈਟਲਰ ਨੂੰ ਕਿਹਾ ਕਿ ਤੂੰ ਮੇਰੇ ਨਾਲ ਆਜਾ, ਗੱਡੀ 'ਚ ਬੈਠ ਜਾ, ਕਿਉਂਕਿ ਰਾਜੀਵ ਗਾਂਧੀ ਆਪਣੀ ਕਾਰ ਖੁਦ ਡਰਾਈਵ ਕਰਦੇ ਸੀ। ਤੁਸੀਂ ਕਈ ਵੀਡੀਓਜ਼ ਵੀ ਵੇਖੀਆਂ ਹੋਣੀਆਂ। ਤੇ ਰਾਜੀਵ ਗਾਂਧੀ ਕਹਿੰਦੇ ਵੀ ਹੀ ਵਾਜ਼ ਦ ਪ੍ਰਾਈਮ ਮਿਨਿਸਟਰ ਆਫ ਇੰਡੀਆ ਦੈਨ। ਤੋ ਜਗਦੀਸ਼ ਟਾਈਟਲਰ ਮੈਨੂੰ ਇੰਟਰਵਿਊ 'ਚ ਕਹਿੰਦਾ ਕਿ ਰਾਜੀਵ ਗਾਂਧੀ ਨੇ ਮੈਨੂੰ ਕਿਹਾ ਕਿ ਜਗਦੀਸ਼ ਹੌਪਿਨ, ਤੇ ਮੈਂ ਗੱਡੀ 'ਚ ਬੈਠਿਆ, ਰਾਜੀਵ ਵਾਜ਼ ਡਰਾਈਵਿੰਗ, ਮੈਂ ਉਹਨਾਂ ਦੇ ਨਾਲ ਬੈਠਾ, ਸਾਡੇ ਨਾਲ ਹੋਰ ਤੀਸਰਾ ਕੋਈ ਸ਼ਖਸ ਨਹੀਂ ਸੀ। ਐਂਡ ਰਾਜੀਵ ਟੁਕ ਮੀ ਥਰੂ ਦ ਸਟਰੀਟਸ ਆਫ ਮਾਈ ਕੰਸਟੀਚੁਐਂਸੀ, ਯਾਨੀ ਕਿ ਉਹਨਾਂ ਦਾ ਹਲਕਾ ਸੀ ਦਿੱਲੀ ਸਦਰ, ਜਿਹਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ। ਸੋ ਕਹਿੰਦਾ ਸੀ ਦਿੱਲੀ ਸਦਰ ਦੇ ਕਈ ਇਲਾਕਿਆਂ 'ਚ ਗਏ ਤੇ ਉੱਥੇ ਸਭ ਕੁਝ ਨਾਰਮਲ ਸੀ, ਕੋਈ ਇਸ ਤਰੀਕੇ ਦਾ ਹੱਲਾ ਗੁੱਲਾ ਨਹੀਂ ਸੀ ਜਾਂ ਕੋਈ ਹੱਲਾ ਗੁੱਲਾ ਨਹੀਂ ਸੀ। ਸੋ ਉਸ ਤੋਂ ਬਾਅਦ ਉਹ ਦੱਸਦਾ ਕਿ ਮੇਰੇ ਹਲਕੇ ਦੀ ਜਦੋਂ ਹੱਦ ਖਤਮ ਹੋ ਗਈ ਤਾਂ ਮੈਂ ਰਾਜੀਵ ਗਾਂਧੀ ਨੂੰ ਬੇਨਤੀ ਕੀਤੀ ਜੀ ਕਿ ਮੈਨੂੰ ਹੁਣ ਇੱਥੋਂ ਉਤਰਨ ਦਿਓ ਤੁਸੀਂ, ਕਿਉਂਕਿ ਮੇਰਾ ਹਲਕਾ ਖਤਮ ਹੋ ਜਾਂਦਾ ਹੈ। ਇਨ ਦ ਮੀਨ ਟਾਈਮ ਪ੍ਰਾਈਮ ਮਿਨਿਸਟਰ ਦਾ ਜਿਹੜਾ ਕਨਵੋਏ ਦੀ ਸਿਕਿਉਰਿਟੀ ਡਿਟੇਲ ਸੀ ਉਹ ਆ ਚੁੱਕੇ ਸੀ, ਉਹ ਆਲਰੇਡੀ ਜੁਆਇਨ ਕਰ ਚੁੱਕੇ ਸੀ।
ਉੱਥੋਂ ਕਹਿੰਦਾ ਕਿ ਮੈਨੂੰ ਰਾਜੀਵ ਗਾਂਧੀ ਨੇ ਉਤਾਰਿਆ, ਮੈਂ ਆਪਣੀ ਗੱਡੀ ਵਿੱਚ ਵਾਪਸ ਗਿਆ ਅਤੇ ਰਾਜੀਵ ਗਾਂਧੀ ਉਸ ਤੋਂ ਬਾਅਦ ਟਰਾਂਸ ਯਮੁਨਾ ਜਾਂ ਦਿੱਲੀ ਈਸਟ ਦੇ ਇਲਾਕੇ ਚਲੇ ਗਏ। ਹੁਣੇ ਜਗਦੀਸ਼ ਟਾਈਟਲਰ ਕਹਿ ਰਿਹਾ ਉਹ ਡਿਊਰਿੰਗ ਦ ਕੋਰਸ ਆਫ ਦੈਟ ਇੰਟਰਵਿਊ ਕਹਿ ਗਿਆ ਵਾਲੀ ਗੱਲ, ਲੇਕਿਨ ਇਸ ਚੀਜ਼ ਨੂੰ ਬਾਅਦ ਦੇ ਵਿੱਚ ਫੜਿਆ ਬਹੁਤ ਘੱਟ ਲੋਕਾਂ ਨੇ। ਹਾਲਾਂਕਿ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਇਸ ਇੰਟਰਵਿਊ ਤੋਂ ਬਾਅਦ ਮੇਰੀ ਉਸ ਇੰਟਰਵਿਊ ਨੂੰ ਔਨ ਰਿਕਾਰਡ ਲੈ ਕੇ ਉਸ ਦੀ ਇਨਵੈਸਟੀਗੇਸ਼ਨ ਵੀ ਕੀਤੀ, ਲੇਕਿਨ ਕਿੱਥੇ ਉਹ ਪਹੁੰਚੀ ਅੱਜ ਤੱਕ ਕਲੀਅਰ ਹੋਇਆ ਨਹੀਂ ਹੈ। ਲੇਕਿਨ ਉਹ ਕਿ ਬਹੁਤ ਵੱਡੀ ਟੈਸਟੀਮਨੀ ਇਸ ਵਾਸਤੇ ਸੀ ਕਿਉਂਕਿ ਜਗਦੀਸ਼ ਟਾਈਟਲਰ ਤਾਂ ਆਪਣੇ ਆਪ ਨੂੰ ਡਿਫੈਂਡ ਕਰਨਾ ਚਾਹ ਰਹੇ ਸੀ ਕਿ ਮੈਂ ਤੇ ਰਾਜੀਵ ਗਾਂਧੀ ਕਾਰ ਦੇ ਵਿੱਚ ਘੁੰਮ ਰਹੇ ਸੀ, ਦਿੱਲੀ ਸਦਰ ਦੇ ਇਲਾਕੇ ਦੇ ਵਿੱਚ ਕੋਈ ਦੰਗਾ ਜਾਂ ਕੋਈ ਕਤਲੋਗਾਰਤ ਨਹੀਂ ਹੋ ਰਹੀ ਸੀ। ਲੇਕਿਨ ਉਸ ਤੋਂ ਬਾਅਦ ਜਿਹੜੀ ਉਹ ਵੱਡੀ ਗੱਲ ਕਹਿ ਜਾਂਦਾ ਹੋਇਆ ਕਿ ਰਾਜੀਵ ਗਾਂਧੀ ਮੈਨੂੰ ਛੱਡਣ ਤੋਂ ਬਾਅਦ, ਉਤਾਰਨ ਤੋਂ ਬਾਅਦ ਅੱਗੇ ਤੇ ਉਸ ਇਲਾਕੇ 'ਚ ਸਭ ਤੋਂ ਜ਼ਿਆਦਾ ਕਤਲੋਗਾਰਤ ਹੋਈ। ਸੋ ਇਸ ਦੀ ਜੀ ਇੱਕ ਨੈਚੁਰਲ ਜੀ ਕਰੋਲਰੀ ਇਹ ਹੈ ਜਾਂ ਕਿ ਜਿਹੜਾ ਥਿਓਰਮ ਆਪਾਂ ਬਣਾ ਸਕਦੇ ਹਾਂ ਕਿ ਇਟ ਮੀਨਸ ਕਿ ਰਾਜੀਵ ਗਾਂਧੀ ਉਹਨਾਂ ਇਲਾਕਿਆਂ ਵਿੱਚ ਗਏ ਜਿੱਥੇ ਕਿ ਕਤਲੇਆਮ ਹੋਇਆ। ਇਹ ਚੀਜ਼ ਇੱਕ ਅਜਿਹਾ ਤੱਥ ਹੈ ਜਿਸ ਨੂੰ ਕਿ ਅੱਜ ਤੱਕ ਨਾ ਤਾਂ ਪੁਲਿਸ ਨੇ ਐਗਜ਼ਾਮਿਨ ਕੀਤਾ ਅਤੇ ਆਪਾਂ ਦੇਖਿਆ ਵੀ ਹਿੰਦੁਸਤਾਨ ਦੇ ਵਿੱਚ 38 ਸਾਲਾਂ ਦੇ ਵਿੱਚ ਇਨਵੈਸਟੀਗੇਸ਼ਨ ਕਿੱਡੀ ਕੁ ਫੇਅਰ ਹੋਈ ਹੈ, ਕਿੱਡੀ ਕੁ ਨਿਰਪੱਖ ਹੋ ਪਾਈ। ਸੋ ਦੇ ਵਰ ਨਾਟ ਏਬਲ ਟੂ ਗੈਟ ਟੂ ਦ ਬਾਟਮ। ਈਵਨ 2014 ਤੋਂ ਆਪਾਂ ਦੇਖ ਰਹੇ ਵੀ ਨਰਿੰਦਰ ਮੋਦੀ ਹੋਣਾ ਦੀ ਸਰਕਾਰ ਹੈ, BJP ਲੈਡ ਗਵਰਨਮੈਂਟ ਹੈ, ਉਹਨਾਂ ਦੇ ਵਕਤਾਂ ਦੇ ਵਿੱਚ ਹੀ 2 SITs ਵੀ ਬਣੀਆਂ, ਠੀਕ ਹੈ। ਲੇਕਿਨ ਡਿਸਪਾਈਟ ਦੈਟ ਉਹਨਾਂ SITs ਦੇ ਬਾਵਜੂਦ ਵੀ ਇਹ ਫੈਕਟਸ ਸਾਹਮਣੇ ਨਹੀਂ ਲੱਭ ਪਾਏ ਕਿਉਂਕਿ ਇਹ ਸਾਰੀਆਂ ਚੀਜ਼ਾਂ ਰਿਕਾਰਡ ਦਾ ਵਿਸ਼ਾ ਹੋਣੀਆਂ ਚਾਹੀਦੀਆਂ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਿਹੜੇ ਇਲਾਕੇ ਦੇ ਵਿੱਚ ਉਸ ਦਿਨ ਟਰੈਵਲ ਕੀਤੀ। ਜੇ ਪ੍ਰਧਾਨ ਮੰਤਰੀ ਉਸ ਦਿਨ ਵਾਕਈ ਟਰਾਂਸ ਯਮੁਨਾ ਪਾਰ ਇਲਾਕੇ 'ਚ ਗਿਆ ਜਿੱਥੇ ਸਭ ਤੋਂ ਜ਼ਿਆਦਾ ਕਤਲੋਗਾਰਤ ਹੋਇਆ ਤਾਂ ਫਿਰ ਚੀਜ਼ਾਂ ਕਾਫੀ ਹੱਦ ਤੱਕ ਰਿਲੇਟ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਜੋ ਕਿ ਨਹੀਂ ਹੋ ਪਾਈਆਂ। ਅੱਛਾ, ਆਮ ਤੌਰ 'ਤੇ ਜਿਹੜਾ ਜ਼ਿਕਰ ਆਉਂਦਾ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਜਿੱਥੇ ਆਮ ਸਧਾਰਨ ਕੰਮ ਕਰਨ ਵਾਲੇ ਸਮਾਲ ਬਿਜ਼ਨਸ ਕਰਨ ਵਾਲੇ ਲੋਕ ਰਹਿੰਦੇ ਸਨ, ਸਿੱਖ ਰਹਿੰਦੇ ਸੀ, ਉਹਨਾਂ ਬਸਤੀਆਂ ਦੇ ਵਿੱਚ ਜ਼ਿਆਦਾ ਕਤਲੋਗਾਰਤ ਹੋਈ ਹੈ। ਪਰ ਮੇਰਾ ਖਿਆਲ ਹੈ ਕਿ ਕੁਛ ਕੁ ਇਹੋ ਜਿਹੇ ਸਿੱਖ ਵੀ ਸੀ ਜਿਨ੍ਹਾਂ 'ਤੇ ਉਹਨਾਂ ਨੇ ਹਮਲਾ ਕਰਨਾ ਚਾਹਿਆ ਜਿਹੜੇ ਹਥਿਆਰਬੰਦ ਸੀ। ਜਿਸ ਤਰ੍ਹਾਂ ਇੱਕ ਸਕੁਆਡਨ ਲੀਡਰ ਦਾ ਜ਼ਿਕਰ ਆਉਂਦਾ ਹੈ, ਉਹ ਕਹਾਣੀ ਤੁਹਾਨੂੰ ਪਤਾ ਹੈ ਸਕੁਆਡਨ ਲੀਡਰ ਸਾਹਿਬ? ਹਾਂਜੀ, ਵਿੰਗ ਕਮਾਂਡਰ ਸੀਗੇ ਉਹ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਦਿੱਲੀ ਦਾ ਪੂਰਾ ਦਾ ਪੂਰਾ ਪ੍ਰੋਗਰਾਮ ਜਿਸ ਨੂੰ ਆਪਾਂ ਕਹਿੰਦੇ ਹਾਂ, ਇਹਦੀ ਸ਼ੁਰੂਆਤ ਤਾਂ ਹੋਈ ਸੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਉੱਤੇ। ਉਹਨਾਂ ਦੇ ਕਨਵੋਏ ਉੱਤੇ ਹਮਲਾ ਹੁੰਦਾ ਹੈ। ਇਨਫੈਕਟ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵਾਜ਼ ਆਊਟ ਆਫ ਦ ਕੰਟਰੀ ਵੈਨ ਇੰਦਰਾ ਗਾਂਧੀ ਵਾਜ਼ ਅਸੈਸੀਨੇਟਿਡ। ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਤੇ ਉਹ ਵਿਦੇਸ਼ ਵਿੱਚ, ਜਿੱਥੇ ਤੱਕ ਮੈਨੂੰ ਯਾਦ ਹੈ ਸ਼ਾਇਦ ਬੁਲਗੇਰੀਆ ਕੁਝ ਇਹੋ ਜਿਹੇ ਮੁਲਕ ਤੋਂ ਫਿਰ ਫੌਰਨ ਆਏ, ਉਹ ਵਾਪਸ ਆਉਂਦੇ ਨੇ ਤੇ ਉਹ ਏਮਸ ਜਾਂਦੇ ਨੇ। ਏਮਸ ਦੇ ਵਿੱਚ ਜਾਂਦਿਆਂ ਹੋਇਆਂ ਉਹਨਾਂ ਦੇ ਕਨਵੋਏ ਦੇ ਉੱਤੇ ਇੱਥੇ ਹਮਲਾ ਕੀਤਾ ਜਾਂਦਾ। ਸੋ ਦੇਸ਼ ਦੇ ਰਾਸ਼ਟਰਪਤੀ ਦੇ ਨਾਲ ਤੋਂ ਇਸ ਦੀ ਜਿਹੜੀ ਹੈ ਉਹ ਸ਼ੁਰੂਆਤ ਹੁੰਦੀ ਹੈ। ਲੇਕਿਨ ਇਹੋ ਜਿਹੇ ਬਹੁਤ ਸੀਆਂ ਕਿੱਸੇ ਰਹੇ ਨੇ, ਬਹੁਤ ਜਿਹੀ ਘਟਨਾਵਾਂ ਰਹੀਆਂ ਜਿੱਥੇ ਕਿ ਮੁਕਾਬਲਾ ਵੀ ਥੋੜ੍ਹਾ ਬਹੁਤ ਹੋਇਆ। ਲੇਕਿਨ ਜ਼ਿਆਦਾਤਰ ਇਲਾਕਿਆਂ ਵਿੱਚ ਮੁਕਾਬਲਾ ਨਹੀਂ ਹੋ ਪਾਇਆ। ਲੇਕਿਨ ਜਿੱਥੇ ਸਿੱਖ ਥੋੜ੍ਹੇ ਜਿਹੇ ਮਜ਼ਬੂਤ ਸਨ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਇੱਕ ਪ੍ਰੋਪਰ ਰੈਜ਼ਿਸਟੈਂਸ ਜਿਹੜੀ ਸੀ ਦਿੱਤੀ ਗਈ। ਅਜਿਹਾ ਹੀ ਕੇਸ ਹੈ, ਵਿੰਗ ਕਮਾਂਡਰ ਸੀ ਜੋ ਕਿ ਭਾਰਤ ਦੇ, ਉਹਨਾਂ ਦਾ ਨਾਂ ਤੁਹਾਨੂੰ ਰੀਕਾਲ ਕਰਕੇ ਦੱਸਦਾ। ਵਿੰਗ ਕਮਾਂਡਰ ਸ਼ਾਇਦ ਉਹਨਾਂ ਦਾ ਨਾਂ ਸੀ ਵਿੰਗ ਕਮਾਂਡਰ ਸਹੋਤਾ। ਆਈ ਜਸਟ ਕਰੈਕਟ ਮਾਈ ਸੈਲਫ ਬਿਕੋਜ਼ ਮੈਂ ਇੱਕ ਰਿਪੋਰਟ ਵੀ ਉਹਨਾਂ ਦੇ ਉੱਤੇ ਕੀਤੀ ਸੀ। ਉਹਨਾਂ ਵੱਲੋਂ ਦਿੱਲੀ ਦੇ ਵਿੱਚ ਤਕਰੀਬਨ 5 ਘੰਟੇ ਹੋਲਡ ਰੱਖਿਆ ਗਿਆ ਦੰਗਾਈਆਂ ਨੂੰ, ਦੰਗਾਕਾਰੀ ਜਿਹੜੇ ਸਨ। ਉਹਨਾਂ ਦੇ ਘਰ ਨੂੰ ਘੇਰ ਲਿਆ ਗਿਆ ਸੀਗਾ। ਦਿੱਲੀ ਦੇ ਵਿੱਚ ਉਹ ਰਿਟਾਇਰਮੈਂਟ ਤੋਂ ਬਾਅਦ ਸੈਟਲ ਹੋ ਚੁੱਕੇ ਸਨ। ਸੋ ਉਹਨਾਂ ਨੇ 5 ਘੰਟੇ ਆਪਣੀ ਸ਼ਾਟਗਨ ਉਹਨਾਂ ਕੋਲ ਸੀਗੀਆਂ ਤਾਂ ਸ਼ਾਟਗਨ ਦੀ ਬਦੌਲਤ ਉਹਨਾਂ ਨੇ 5 ਦੰਗਾਈ ਵੀ ਮਾਰੇ ਜਿਹੜੇ ਲੋਕ ਉਹਨਾਂ ਦੇ ਘਰ ਦੇ ਉੱਤੇ ਹਮਲਾ ਕਰ ਰਹੇ ਸੀ। ਅੰਦਰ ਕੰਧਾਂ ਟੱਪ ਆਏ ਸੀ, ਜਾਂ ਟੱਪਣ ਦੀ ਕੋਸ਼ਿਸ਼ ਕਰ ਰਹੇ ਸਨ ਜਾਂ ਕੁਝ ਪੈਟਰੋਲ ਬੰਬ ਵਗੈਰਾ ਵਰਗੀਆਂ ਇਨਫਲੇਮੇਬਲ ਜਿਹੜੀ ਚੀਜ਼ਾਂ ਉਹਨਾਂ ਨੇ ਥਰੋ ਕੀਤੀਆਂ, ਠੀਕ ਹੈ ਨਾ। ਸੋ ਉਹ ਇਹੋ ਜਿਹੇ ਇੰਸੀਡੈਂਟਸ ਬਹੁਤ ਰਹੇ ਹੋਣਗੇ ਜਿਹੜੇ ਕਿ ਕਦੇ ਸ਼ਾਇਦ ਉਸ ਤਰੀਕੇ ਦੀ ਚਰਚਾਵਾਂ ਦੇ ਵਿੱਚ ਨਹੀਂ ਆ ਪਾਏ। ਲੇਕਿਨ ਬਹੁਤ ਸੇ ਜਿਹੜੇ ਦੇਖੋ ਮਜ਼ਬੂਤ ਲੋਕ ਸਨ, ਜਿਹੜੇ ਵੈਲ ਐਸਟੈਬਲਿਸ਼ਡ ਪਰਿਵਾਰ ਸਨ, ਉੱਥੇ ਤੁਸੀਂ ਦੇਖੋਗੇ ਇਹ ਉੱਥੇ ਰੈਜ਼ਿਸਟੈਂਸ ਵੀ ਹੋਈ ਹੈ, ਉੱਥੇ ਦੰਗਾਈਆਂ ਦੀ ਹਿੰਮਤ ਹੀ ਨਹੀਂ ਹੋਈ ਉਸ ਪਾਸੇ ਜਾਈਏ। ਇਹ ਵੀ ਰਿਹਾ ਹੋਏਗਾ ਕਿਉਂਕਿ ਇਹ ਇਤਫਾਕ ਨਹੀਂ ਹੋ ਸਕਦਾ ਕਿ ਸਿਰਫ ਗਰੀਬ ਤੇ ਮਜ਼ਲੂਮ ਜਿਹੜੇ ਲੋਕ ਜਾਂ ਕਹਿ ਸਕਦੇ ਵੀ ਪਛੜੇ ਤਬਕੇ ਦੇ ਵਰਗਾਂ ਦੇ ਲੋਕ ਸਨ, ਜਿਵੇਂ ਕਿ ਆਪਾਂ ਕਲਿਆਣਪੁਰੀ ਤੇ ਤਰਲੋਕਪੁਰੀ ਇਲਾਕੇ ਦੀ ਗੱਲ ਕਰਦੇ ਹਾਂ, ਦਿੱਲੀ ਕੈਂਟ ਦੇ ਇਲਾਕਿਆਂ ਦੀ ਗੱਲ ਕਰਦੇ, ਜਿੱਥੇ ਬਸਤੀਆਂ, ਜਿੱਥੇ ਵਾਰਡ ਯਮੁਨਾ ਤੋਂ ਪਾਰ ਨੇ ਜਿਹੜੇ ਜੀ, ਤੇ ਉੱਥੇ ਲੋਕਾਂ ਦੇ, ਉੱਥੇ ਸਿੱਖਾਂ ਦੀ ਜ਼ਿਆਦਾ ਕਤਲੋਗਾਰਤ ਹੋਈ। ਸੋ ਜ਼ਿਆਦਾਤਰ ਜਿਹੜੇ ਮਾਰੇ ਵੀ ਗਏ। ਹਾਲਾਂਕਿ ਆਪਾਂ ਦੇਖੋ ਕਿਸੇ ਕਲਾਸ ਦੇ ਬੇਸ ਉੱਤੇ ਇਸ ਕਲਾਸੀਫਿਕੇਸ਼ਨ ਨੂੰ ਨਹੀਂ ਕਰਨਾ ਚਾਹਾਂਗੇ ਨਾ ਕਿਸੇ ਸਟੇਜ ਦੇ ਉੱਤੇ, ਲੇਕਿਨ ਇੱਕ ਟ੍ਰੈਜਡੀ ਹੈ ਤੇ ਸ਼ਾਇਦ ਇਹੀ ਕਾਰਨ ਰਿਹਾ ਵੀ 38 ਸਾਲ ਬੀਤਣ ਤੋਂ ਬਾਅਦ ਵੀ ਇਨਸਾਫ ਦੀ ਆਵਾਜ਼ ਉੱਡੀ, ਬੁਲੰਦੀ ਨਾਲ ਨਹੀਂ ਉੱਠੀ। ਅੱਛਾ, ਚਲੋ ਇਹ ਆਪਾਂ ਹਰ ਸਾਲ ਗੱਲਾਂ ਚੇਤੇ ਕਰਦੇ ਹਾਂ, ਪਰ ਹੁਣ ਜਿਹੜੇ ਕਮਿਸ਼ਨਸ ਨੇ, ਕਮੇਟੀਜ਼ ਨੇ, ਹੁਣ ਮੇਰਾ ਖਿਆਲ 20 ਤਾਂ ਕਮੇਟੀਆਂ ਬੈਠੀਆਂ ਹੋਣੀਆਂ ਨੇ। ਕਦੇ ਕੋਈ ਕਮੇਟੀ ਬਣ ਗਈ, ਕਦੇ ਕੋਈ ਕਮੇਟੀ ਬਣ ਗਈ। ਇਹ ਕਮੇਟੀਜ਼ ਦੇ ਵਿੱਚੋਂ ਹਾਲੇ ਤੱਕ ਤਾਂ ਕੋਈ ਚੀਜ਼ ਜਿਹੜੀ ਸੋਲਿਡ ਸੀ ਅੱਗੇ ਨਿਕਲ ਕੇ ਨਹੀਂ ਆਈ। ਪਰ ਹੁਣ ਲੇਟੈਸਟ ਕੀ ਚੱਲ ਰਿਹਾ
ਲੇਟੈਸਟ ਕਿਹੜੇ ਗਰੁੱਪਸ ਨੇ, ਮੈਨੂੰ ਇਹ ਤਾਂ ਪਤਾ ਕਿ ਫੂਲਕਾ ਸਾਹਿਬ ਕੋਸ਼ਿਸ਼ ਕਰਦੇ ਰਹਿੰਦੇ ਨੇ, ਉਹਨਾਂ ਨੇ ਕੇਸ ਵੀ ਲੜੇ ਨੇ ਕਈ, ਪਰ ਆਮ ਲੋਕਾਂ ਦੇ ਵਿੱਚ, ਪੰਜਾਬ ਦੇ ਸਿੱਖਾਂ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਬੈਠੇ ਇਨਫਲੂਐਂਸ਼ੀਅਲ ਲੋਕ ਨੇ, ਜਿਹੜੇ ਇਨਸਾਫ ਪਸੰਦ ਲੋਕ ਨੇ, ਭਾਵੇਂ ਉਹ ਗੈਰ ਸਿੱਖ ਵੀ ਨੇ, ਉਹ ਕੁਛ ਕਰ ਰਹੇ ਨੇ ਇਹਦੇ ਬਾਰੇ, ਜਾਂ ਕਿ ਠੱਪ ਹੈ ਹੁਣ ਸਾਰਾ ਕੁਛ? ਦੇਖੋ ਜੀ, 38 ਸਾਲਾਂ ਦੇ ਵਿੱਚ ਹਰ ਸਾਲ ਜਦੋਂ 31 ਅਕਤੂਬਰ ਤੋਂ ਬਾਅਦ ਦੇ 3-4 ਦਿਨ ਹੁੰਦੇ ਨੇ ਤਾਂ ਰਸਮੀ ਤੌਰ 'ਤੇ ਗੱਲਾਂ ਬਾਤਾਂ ਬਿਆਨ ਕੀਤੇ ਜਾਂਦੇ ਨੇ, ਪ੍ਰੈਸ ਕਾਨਫਰੰਸਾਂ ਕੀਤੀਆਂ ਜਾਂਦੀਆਂ ਨੇ, ਅੱਗੇ ਪਿੱਛੇ ਕੁਛ ਨਹੀਂ ਹੋ ਰਿਹਾ, ਕੋਈ ਇਹਦੇ 'ਚ ਇੰਟਰਸਟਿਡ ਨਹੀਂ ਹੈ। ਇਨਫੈਕਟ ਤੁਸੀਂ ਵੇਖੋ ਵੀ 1984 ਤੋਂ ਲੈ ਕੇ 2004 ਜਾਂ 5 ਤੱਕ ਤਕਰੀਬਨ 20-21 ਸਾਲ ਤੱਕ ਕੋਈ ਐਸਾ ਵੱਡੇ ਲੈਵਲ ਦੀ ਮੁਹਿੰਮ ਨਹੀਂ ਤੁਰੀ, ਇਨਸਾਫ ਦੀ ਗੱਲ ਉੱਡੀ ਬੁਲੰਦੀ ਦੇ ਨਾਲ ਹੋਈ ਨਹੀਂ, ਅਤੇ ਪੰਜਾਬ ਦੇ ਵਿੱਚੋਂ ਆਵਾਜ਼ ਨਹੀਂ ਉੱਠੀ ਸੀ। ਸਭ ਤੋਂ ਵੱਡਾ ਫੈਕਟਰ ਇਹ ਸੀ ਵੀ ਇੰਨੇ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਉਸ ਬੁਲੰਦੀ 'ਤੇ ਆਵਾਜ਼ ਨਹੀਂ ਉੱਠੀ। ਨਾਨਾਵਟੀ ਕਮਿਸ਼ਨ 2000 ਦੇ ਵਿੱਚ ਬਣਦਾ ਹੈ, ਉਸ ਤੋਂ ਬਾਅਦ 2005 ਦੇ ਵਿੱਚ ਰਿਪੋਰਟ ਆਉਂਦੀ ਹੈ, ਜਿਸ ਦੇ ਵਿੱਚ ਪਹਿਲੀ ਵਾਰ ਉਹਨਾਂ ਨੇ ਜਗਦੀਸ਼ ਟਾਈਟਲਰ ਦਾ ਨਾਂ ਲਿਆ। ਕੁਝ ਮੈਂਬਰ ਪਾਰਲੀਮੈਂਟਸ, ਯਾਨੀ ਕਿ ਵੱਡੇ ਪੋਲੀਟੀਕਲੀ ਜਿਹੜੇ ਰਸੂਖਦਾਰ ਲੋਕ ਸਨ, ਮੈਂਬਰ ਪਾਰਲੀਮੈਂਟ ਸਨ, ਕਾਂਗਰਸ ਨਾਲ ਰਿਲੇਟਡ ਸਨ, ਉਹਨਾਂ ਦੇ ਜਦੋਂ ਨਾਂ ਆ ਜਾਂਦੇ ਨੇ, ਉਸ ਤੋਂ ਬਾਅਦ ਜਦੋਂ ਸਿਆਸੀ ਜਿਹੜੇ ਕਹਿੰਦੇ ਡਾਇਮੈਂਸ਼ਨ ਇਸ ਪੂਰੇ ਦੇ ਪੂਰੇ ਮੁੱਦੇ ਦੀ ਖੜੀ ਹੁੰਦੀ ਹੈ, ਉਸ ਤੋਂ ਬਾਅਦ ਇਸ ਮੁੱਦੇ ਦਾ ਪੋਲੀਟੀਸਾਈਜੇਸ਼ਨ ਯਾਨੀ ਕਿ ਰਾਜਨੀਤੀਕਰਨ ਸ਼ੁਰੂ ਹੋਇਆ। ਅਤੇ ਅਕਾਲੀ ਦਲ ਉਸ ਵਕਤ ਤੋਂ ਬਾਅਦ ਬਹੁਤ ਐਕਟਿਵ ਹੈ। ਤੁਸੀਂ ਵੇਖੋਗੇ 2004-5 ਤੋਂ ਬਾਅਦ, ਨਾਨਾਵਟੀ ਕਮਿਸ਼ਨ ਤੋਂ ਬਾਅਦ ਅਕਾਲੀ ਦਲ ਨੇ ਇਸ ਮੁੱਦੇ ਨੂੰ ਖੂਬ ਚੁੱਕਿਆ, ਲੇਕਿਨ ਇਟ ਵਾਜ਼ ਕਲਰਡ, ਮਤਲਬ ਉਹਨਾਂ ਦੇ ਪਿੱਛੇ ਉਹਨਾਂ ਦਾ ਇੱਕ ਆਪਣਾ ਰੀਜ਼ਨ ਸੀ। ਉਸ ਤੋਂ ਪਹਿਲੇ 21 ਸਾਲਾਂ ਦੇ ਵਿੱਚ ਕਿਉਂ ਇਸ ਮੁੱਦੇ ਨੂੰ ਪੰਜਾਬ ਦੀ ਕਿਸੇ ਮੇਨ ਸਟ੍ਰੀਮ ਕਾਂਗਰਸ ਨੇ ਤਾਂ ਚੁੱਕਣਾ ਨਹੀਂ ਸੀਗਾ, ਤਾਂ ਚੁੱਕਣ ਵਾਲੀ ਤਾਂ ਜਮਾਤ ਬੀਜੇਪੀ ਜਾਂ ਅਕਾਲੀ ਦਲ ਜਾਂ ਬੀਜੇਪੀ ਦਾ ਕੰਬਾਈਨ ਸੀ, ਜੋ ਪੰਜਾਬ ਦੇ ਵਿੱਚ 1996-97 ਤੋਂ ਬਾਅਦ ਆਇਆ, ਉਹਨਾਂ ਨੇ ਚੁੱਕਣਾ ਸੀ। ਤੁਸੀਂ ਪੰਜਾਬ ਦਾ ਜ਼ਿਕਰ ਬਾਰ-ਬਾਰ ਕੀਤਾ, ਪੰਜਾਬ ਦੇ ਸਿੱਖਾਂ ਦਾ, ਅਕਾਲੀ ਦਲ ਦਾ, ਉਹਨਾਂ ਦੇ ਜਿਹੜੇ ਮੋਟਿਵਸ ਨੇ, ਏਜੰਡੇ ਨੇ, ਉਹ ਸਿਆਸੀ ਨੇ, ਪਰ ਦਿੱਲੀ ਦੇ ਵਿੱਚ ਇਟਸੈਲਫ ਸਿੱਖਾਂ ਦਾ ਬੜਾ ਇਨਫਲੂਐਂਸ ਰਿਹਾ। ਉੱਥੇ ਤੁਹਾਨੂੰ ਪਤਾ ਹੀ ਆ ਕਿ ਬਹੁਤ ਵੱਡੀ ਉਹਨਾਂ ਦੀਆਂ ਸੰਸਥਾਵਾਂ ਬਣਾਈਆਂ ਹੋਈਆਂ ਨੇ, ਗੁਰਦੁਆਰਾ ਸਾਹਿਬ ਨੇ, ਸਿੱਖਾਂ ਦੀ ਕਾਫੀ ਪਾਪੂਲੇਸ਼ਨ ਹੈ ਉੱਥੇ, ਜਿਹੜੇ ਮਿਡਲ ਕਲਾਸ ਤੇ ਅਪਰ ਮਿਡਲ ਕਲਾਸ ਨਾਲ ਬਿਲੋਂਗ ਕਰਦੇ ਨੇ, ਉਹਨਾਂ ਨੇ ਕੋਈ ਉੱਤਾ ਨਹੀਂ ਬਚਿਆ। ਨਹੀਂ, ਉੱਥੇ ਬਿਲਕੁਲ ਤੁਹਾਡੀ ਗੱਲ ਠੀਕ ਹੈ, ਉਹ ਐਸਾ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਗੱਲ ਨਹੀਂ ਕੀਤੀ, ਕਿਉਂਕਿ ਜਦੋਂ ਇਸ ਕਤਲੇਆਮ ਦਾ ਸੇਖ ਪਹੁੰਚਿਆ, ਕਿਉਂਕਿ ਚੰਗੇ ਲੋਕਾਂ ਤੱਕ ਪਹੁੰਚਿਆ, ਜੇ ਗਿਆਨੀ ਜ਼ੈਲ ਸਿੰਘ ਦੇਸ਼ ਦਾ ਰਾਸ਼ਟਰਪਤੀ ਮਹਿਫੂਜ਼ ਨਹੀਂ ਸੀ ਉਸ ਵਕਤ, ਖੁਸ਼ਵੰਤ ਸਿੰਘ ਮਹਿਫੂਜ਼ ਨਹੀਂ ਸੀ, ਕੋਈ ਵੀ ਮਹਿਫੂਜ਼ ਨਹੀਂ ਸੀ। ਇਨਫੈਕਟ ਸਭ ਨੂੰ ਇਹ ਮਹਿਸੂਸ ਹੋਇਆ। ਬਹੁਤ ਚੰਗੇ ਪਰਿਵਾਰਾਂ ਦੇ ਕੁਝ ਘਟਨਾਵਾਂ ਇਹੋ ਜਿਹੀਆਂ ਹੋਈਆਂ ਵੀ ਜਿਸ ਵਿੱਚ ਕਿ ਜਿਹੜੇ ਬਹੁਤ ਚੰਗੇ ਅਮੀਰ ਘਰਾਂ ਦੇ ਲੋਕ ਸਨ, ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ। ਅਜਿਹਾ ਨਹੀਂ ਹੈ ਕਿ ਉਹ ਬਚ ਪਾਏ। ਸੋ ਇਹ ਤਾਂ ਸਮਝ ਵਿੱਚ ਆਇਆ ਵੀ ਸਾਡੇ ਜਾਨ ਮਾਲ ਤੇ ਸਾਡੀ ਸੰਪਤੀਆਂ ਦੀ ਹਿਫਾਜ਼ਤ ਨਹੀਂ ਹੈ ਹੁਣ ਦਿੱਲੀ 'ਚ। ਸੋ ਕਮਿਊਨਿਟੀ ਦਾ ਐਂਗਲ ਤਾਂ ਉਸ ਵਕਤ ਸਾਹਮਣੇ ਆ ਗਿਆ ਸੀ, ਤੇ ਐਸਾ ਨਹੀਂ ਕਿ ਉਹਨਾਂ ਨੇ ਨਹੀਂ ਕੀਤਾ, ਉਹਨਾਂ ਨੇ ਆਵਾਜ਼ ਖੂਬ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਉਸ ਤੋਂ ਕਹਿੰਦੇ ਵੀ ਜਦੋਂ ਤੱਕ ਪਿੱਛੇ ਸਿਆਸੀ ਲਾਮਬੰਦੀ ਨਹੀਂ ਹੁੰਦੀ, ਮੋਬਿਲਾਈਜੇਸ਼ਨ ਨਹੀਂ ਹੁੰਦੀ, ਤਦੋਂ ਤੱਕ ਕੋਈ ਗੱਲ ਸਿਰੇ ਚੜ੍ਹਦੀ ਨਹੀਂ ਹੈ। ਤਾਂ ਉਹਦੀ ਜੇ ਇੱਕ ਯੂਨੀਫਾਈਡ ਓਪੀਨੀਅਨ ਜਾਂ ਯੂਨੀਫਾਈਡ ਤਰੀਕੇ ਦੇ ਨਾਲ ਇੱਕ ਜਿਹੜੀ ਕੈਂਪੇਨ ਦੇ ਤੌਰ 'ਤੇ 2004-5 ਤੋਂ ਬਾਅਦ, ਨਾਨਾਵਟੀ ਕਮਿਸ਼ਨ ਤੋਂ ਬਾਅਦ, ਜਿਸ ਤਰੀਕੇ ਦੇ ਨਾਲ ਅਸੀਂ ਇੱਕ ਨਵੇਂ ਰੀਜੂਮੀਨੇਸ਼ਨ ਹੋਈ ਉਸ ਪੂਰੀ ਦੀ ਪੂਰੀ ਇਨਸਾਫ ਦਿਵਾਉਣ ਦੀ ਮੁਹਿੰਮ ਦੇ ਪੱਖੋਂ, ਉਹ ਚੀਜ਼ ਪਹਿਲਾਂ ਨਹੀਂ ਵੇਖੀ ਗਈ। ਅਤੇ ਉਹ 20-22 ਸਾਲਾਂ ਦੇ ਵਿੱਚ ਬੜਾ ਕ੍ਰਿਟੀਕਲ ਲਾਸ ਆਫ ਐਵੀਡੈਂਸ ਹੁੰਦਾ ਜੀ। ਤੁਸੀਂ ਵੇਖੋ ਵੀ ਉਹ ਜ਼ਿਆਦਾਤਰ ਚੀਜ਼ਾਂ ਖਤਮ ਹੋ ਗਈਆਂ, ਕਈ ਗਵਾਹ ਮਰ ਗਏ, ਕਈ ਗਵਾਹਾਂ ਦੇ ਬੇਸ ਉੱਤੇ, ਪ੍ਰਤੱਖਦਰਸ਼ੀਆਂ ਦੇ ਬੇਸ ਉੱਤੇ, ਆਈ ਵਿਟਨੈਸਿਸ ਅਕਾਊਂਟ ਉੱਤੇ ਚੀਜ਼ਾਂ ਹੁੰਦੀਆਂ ਨੇ। ਇਨਫੈਕਟ ਜਿਹੜਾ 1984 ਦੇ ਕਤਲੇਆਮ ਦਾ ਸਭ ਤੋਂ ਮੰਦਭਾਗਾ ਆਸਪੈਕਟ ਸੀ ਵੀ ਪੁਲਿਸ ਨੇ 583 ਦੇ ਆਸ-ਪਾਸ FIRਾਂ ਦੱਸੀਆਂ ਜਾਂਦੀਆਂ ਨੇ, ਜੋ ਕਿ ਦਿੱਲੀ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਦਰਜ ਕੀਤੀਆਂ ਗਈਆਂ। ਲੇਕਿਨ ਇਹਨਾਂ FIRਾਂ ਨੂੰ ਜਦੋਂ ਦਰਜ ਕੀਤਾ ਜਾ ਰਿਹਾ ਸੀ ਜਾਂ ਦਰਜ ਕੀਤਾ ਜਾਂਦਾ ਸੀ, ਉਸ ਵਕਤ ਕਦੇ ਵੀ ਅਕਿਊਜ਼ ਦਾ ਨਾਂ ਨਹੀਂ ਪੁਲਿਸ ਸ਼ਾਮਲ ਕਰਦੀ ਸੀ। ਜੀ, ਸੋ ਜਿਵੇਂ ਜਗਦੀਸ਼ ਕੌਰ ਨੇ ਇਸ ਕੇਸ ਦੇ ਵਿੱਚ, ਉਹ ਜੋ ਕਿ ਬੇਸਿਕਲੀ ਕੇਹਰ ਸਿੰਘ ਨਾਂ ਦੇ ਇੱਕ ਸਿੱਖ ਸਨ, ਉਹਨਾਂ ਦੇ ਤੇ ਉਹਨਾਂ ਦੇ ਭਰਾਵਾਂ ਦਾ ਕਤਲ ਕੀਤਾ ਗਿਆ ਸੀਗਾ, ਜਿਸ ਕੇਸ ਦੇ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ। ਸੋ ਜਗਦੀਸ਼, ਇਸ ਇਲਾਕੇ ਦੇ ਵਿੱਚ ਵੀ ਜਗਦੀਸ਼ ਕੌਰ ਨੇ ਤਮਾਮ ਕੋਸ਼ਿਸ਼ਾਂ ਕੀਤੀਆਂ, ਉਹ ਗਏ, ਉਹਨਾਂ ਨੇ ਪਛਾਣ ਕੀਤੀ ਵੀ ਸੱਜਣ ਕੁਮਾਰ ਸੀ, ਬਲਰਾਮ ਖੋਖਰ ਸੀ, ਕ੍ਰਿਸ਼ਨ ਖੋਖਰ ਸੀ, ਇਹੋ ਜਿਹੇ ਲੋਕ ਸਨ। ਲੇਕਿਨ ਇਹਨਾਂ ਲੋਕਾਂ ਦੇ ਨਾਂ ਬਤੌਰ ਅਕਿਊਜ਼ ਨਹੀਂ ਸ਼ਾਮਲ ਕੀਤੇ ਗਏ FIRਾਂ ਦੇ ਵਿੱਚ ਕਈ ਸਾਲ। ਅਤੇ ਇਹ ਇੱਕ ਪੈਟਰਨ ਸੀਗਾ, ਇੱਕ ਸਟੈਂਡਰਡ ਦਾ ਪੈਟਰਨ ਬਣਾਇਆ ਹੋਇਆ ਸੀ FIR ਨੂੰ ਦਰਜ ਕਰਨ ਦਾ, ਵੀ ਤੁਸੀਂ ਦੱਸੋ ਜੀ, ਤੁਹਾਡਾ ਕੀ ਨਾਂ ਹੈ, ਮ੍ਰਿਤਕ ਦਾ ਕੀ ਨਾਂ ਹੈ, ਅਤੇ ਕਿੰਨੇ ਲੋਕ ਮਾਰੇ ਗਏ, ਇੰਸੀਡੈਂਟ ਕੀ ਸੀ, ਅਤੇ ਉਹਨਾਂ ਦੀ ਸੰਪਤੀਆਂ ਦਾ ਵੇਰਵਾ ਲੈ ਲਿਆ ਜਾਂਦਾ ਸੀ। ਇਸ ਤੋਂ ਇਲਾਵਾ ਅਕਿਊਜ਼ਡ ਮੁਲਜ਼ਮ ਦਾ ਕਦੇ ਵੀ ਨਾਂ ਨਹੀਂ ਪੁੱਛਣ ਦੀ ਕੋਸ਼ਿਸ਼ ਕੀਤੀ ਗਈ। ਬਾਕੀ ਰਿਤੇਸ਼, ਜਿਹੜੇ ਚਲੋ ਮੈਂ ਸਮਝਦਾ ਵੀ ਇਹਨਾਂ 3 ਦਿਨਾਂ ਦੇ ਵਿੱਚ ਹੀ, ਇਹਨਾਂ 3-4 ਦਿਨਾਂ ਦੇ ਵਿੱਚ ਹੀ ਚੇਤੇ ਕੀਤਾ ਜਾਂਦਾ। ਹੁਣ ਮਨਜਿੰਦਰ ਸਿੰਘ ਸਰਸਾ GK ਸਾਹਿਬ, ਉੱਥੇ ਸਿੱਖਾਂ ਦੇ ਜਿਹੜੇ ਇਹ ਲੀਡਰ ਨੇ, ਕਾਫੀ ਇਹ ਇਨਫਲੂਐਂਸ਼ੀਅਲ ਨੇ, ਇਹਨਾਂ ਨੇ ਜਦੋਂ ਇਹ ਚਾਹੁੰਦੇ ਨੇ, ਜਦੋਂ ਇਹਨਾਂ ਦੇ ਆਪਣੇ ਇੰਟਰਸਟ ਹੁੰਦੇ ਨੇ, ਫਿਰ ਇਹ ਕਾਫੀ ਇਕੱਠ ਵੀ ਕਰ ਲੈਂਦੇ ਨੇ। ਉਹ ਜਿਹੜੇ ਸਿੱਖਾਂ ਦੇ ਗਰੁੱਪ ਨੇ, ਉਹ ਹੁਣ ਕੋਈ
ਬਾਕਾਇਦਾ ਤੌਰ 'ਤੇ ਯੋਜਨਾਬੱਧ ਤਰੀਕੇ ਨਾਲ ਕੋਈ ਐਫਰਟਸ ਕਰ ਰਹੇ ਨੇ ਜਾਂ ਕਿ ਬਸ ਹੁਣ ਉਹ ਹਾਰ ਚੁੱਕੇ ਨੇ? ਨਹੀਂ, ਮੈਂ ਤਾਂ ਨਹੀਂ ਕਹਾਂਗਾ ਕਿ ਉਹ ਨਹੀਂ ਮੰਨਣਗੇ ਵੀ ਹਾਰ ਚੁੱਕੇ ਨੇ, ਲੇਕਿਨ ਇਹਨਾਂ ਕੇਸਾਂ ਦੇ ਵਿੱਚ ਹੁਣ ਕੁਛ ਜ਼ਿਆਦਾ ਕਹਿ ਲਈਏ ਵੀ ਲੱਭਣ ਨੂੰ ਜਾਂ ਪਰਸੂ ਕਰਨ ਨੂੰ ਅਜਿਹੇ ਲੀਡਰਾਂ ਦੇ ਪੱਖੋਂ ਕੁਛ ਹੈ ਨਹੀਂ ਹੈ, ਸਿਵਾਏ ਕਿ ਇਹਨਾਂ ਦੇ ਸਿਆਸੀ ਮੁਫਾਦਾਂ ਦੇ। ਇਹੀ ਕਾਰਨ ਹੁੰਦਾ ਹੈ। ਦੇਖੋ, ਇੱਕ ਵੱਡਾ ਕਾਰਨ ਹੈ ਵੀ 2014 ਤੋਂ ਲੈ ਕੇ ਹੁਣ 2022 ਆਪਾਂ ਨੂੰ ਤਕਰੀਬਨ 7.5-8 ਸਾਲ ਹੋ ਚੁੱਕੇ ਨੇ। ਕਾਂਗਰਸ ਦੀ ਸਰਕਾਰ ਨਹੀਂ ਹੈ ਕੇਂਦਰ ਦੇ ਵਿੱਚ, ਲੇਕਿਨ ਉਸ ਦੇ ਬਾਵਜੂਦ ਵੀ 2 ਸੀਟਾਂ ਬਣੀਆਂ ਨੇ। 2001-05 ਦੇ ਵਿੱਚ ਸਿੱਟ ਬਣੀ ਜੋ ਕਿ ਗਵਰਨਮੈਂਟ ਆਫ ਇੰਡੀਆ ਦੀ ਸਪੈਸ਼ਲ ਇਨਵੈਸਟੀਗੇਟਿਵ ਟੀਮ ਸੀ, ਲੇਕਿਨ ਉਸ ਸਪੈਸ਼ਲ ਇਨਵੈਸਟੀਗੇਟਿਵ ਟੀਮ ਨੇ ਤਾਂ ਤਕਰੀਬਨ 250 ਕੇਸਾਂ 186 ਕੇਸਾਂ ਵਿੱਚ ਕਹਿ ਦਿੱਤਾ ਵੀ ਇਹਨਾਂ 'ਚ ਇਨਵੈਸਟੀਗੇਸ਼ਨ ਅਨਟ੍ਰੇਸੇਬਲ ਹੈ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਗਿਆ। ਸੁਪਰੀਮ ਕੋਰਟ ਨੇ ਇੱਕ ਵੱਖਰੀ ਫਿਰ ਸਿੱਟ 2018 ਦੇ ਵਿੱਚ 17 ਦੇ ਵਿੱਚ ਬਣਾਈ, ਮਾਫ ਕਰਨਾ। ਸੋ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ 186 ਜਿਹੜੇ ਕੇਸ ਹੈਗੇ ਨੇ ਜਿਹੜੇ ਕਿ ਮੰਨਿਆ ਜਾ ਰਿਹਾ ਕਿ ਅਨਟ੍ਰੇਸੇਬਲ ਨੇ, ਇਹਨਾਂ 'ਚ ਕੁਝ ਹੋ ਨਹੀਂ ਸਕਦਾ, ਉਹਦੀ ਇਨਵੈਸਟੀਗੇਸ਼ਨ ਕਰੋ। ਸੋ ਉਹਨਾਂ ਕੇਸਾਂ ਦੇ ਵਿੱਚ ਹੁਣ ਉਹ ਵਾਲੀ SIT ਜਿਹੜੀ ਸੁਪਰੀਮ ਕੋਰਟ ਮੋਨੀਟਰਡ ਹੈ ਉਹ ਇਨਵੈਸਟੀਗੇਸ਼ਨ ਕਰਦੀ ਪਈ ਹੈ। ਸੋ ਇਹ ਜਿਹੜੇ ਲੀਡਰਾਂ ਦੀ ਗੱਲ ਹੈ, ਜਿੱਥੇ ਤੱਕ ਇਹ ਸਿਆਸੀ ਜਿਹੜੇ ਲੋਕ ਹੈਗੇ ਨੇ, ਇੱਕ ਹੋਰ ਜਿਹੜਾ ਬੜਾ ਵੱਡਾ ਪੱਖ ਇਹਨਾਂ ਦੇ ਨਾਲ ਜੁੜਦਾ ਹੈ ਉਹ ਇਹ ਹੈ ਕਿ ਜਿਹੜੇ ਵੀ ਸਿੱਖ ਲੀਡਰਸ਼ਿਪ ਰਹੀ ਹੈ ਦਿੱਲੀ ਗੁਰਦੁਆਰਾ ਪੋਲੀਟਿਕਸ ਦੇ ਵਿੱਚ ਪ੍ਰਭਾਵ ਜਿਸ ਦਾ ਰਿਹਾ ਹੈ, ਉਹ ਹਮੇਸ਼ਾ ਆਪਣੇ ਆਪ ਨੂੰ ਕੇਂਦਰ ਸਰਕਾਰ ਦੇ ਨਾਲ ਅਲਾਈਨ ਕਰਕੇ ਤੁਰੀ ਹੈ। ਈਵਨ ਇੰਦਰਾ ਗਾਂਧੀ ਦੇ ਸਮਿਆਂ ਦੇ ਉੱਤੇ ਵੀ ਜਦੋਂ ਤੁਸੀਂ ਦੇਖਦੇ ਸੀ ਉੱਥੇ ਦਿੱਲੀ ਗੁਰਦੁਆਰਾ ਜਿੰਨੇ ਵੀ ਪ੍ਰਧਾਨ ਰਹੇ ਨੇ, ਉਹਨਾਂ ਦਾ ਇੱਕ ਇੰਟੈਂਟ ਹੁੰਦਾ ਸੀ ਕਿ ਉਹਨਾਂ ਨੇ ਆਪਣੇ ਆਪ ਨੂੰ ਅਲਾਈਨ ਕਰਕੇ ਤੁਰਨਾ ਹੁੰਦਾ ਸੀ, ਕਿਉਂਕਿ ਕੇਂਦਰ ਸਰਕਾਰ ਜਾਂ ਦਿੱਲੀ ਦੀ ਸਰਕਾਰ ਦੇ ਖਿਲਾਫ ਉਹ ਜਾਂਦੇ ਨਹੀਂ ਸੀ। ਸੋ ਉਹਨਾਂ ਦੇ ਨਾਲ ਤਾਲਮੇਲ ਦੇ ਨਾਲ ਜੁਗਲਬੰਦੀ ਹੋਇਆ ਕਰਦੀ ਸੀ। ਸੋ ਇਸ ਵਕਤ ਵੀ ਉਹੀ ਹੈ। ਹੁਣ ਤਾਂ ਜਵਾਬਦੇਹੀ ਪਿਛਲੇ 7.5-8 ਸਾਲਾਂ ਦੇ ਵਿੱਚ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਹੈ ਵੀ ਜੇ ਤੁਸੀਂ 1984 ਦੇ ਕਤਲੇਆਮ ਦਾ ਇਨਸਾਫ ਦਿਵਾਉਣਾ ਹੈ ਤਾਂ ਫਿਰ ਉਹ ਕੇਂਦਰ ਸਰਕਾਰ ਨੂੰ ਦਿਵਾਉਣਾ। ਪਰਫੈਕਟ ਟਾਈਮ ਆ ਹੁਣ ਤਾਂ, ਪਰ ਉਹਨਾਂ ਨੇ ਕੀਤਾ ਨਹੀਂ। ਤੇ ਜਗਦੀਸ਼ ਟਾਈਟਲਰ ਵਰਗੀ ਐਡੀ ਵੱਡੀ, ਜਿਹਦੀ ਮੈਂ ਗਵਾਹੀ ਦੀ ਗੱਲ ਕਰਦਾ, ਉਹ ਐਡੀ ਵੱਡੀ ਗੱਲ ਕਹਿ ਰਿਹਾ ਕਿ ਰਾਜੀਵ ਗਾਂਧੀ ਮੇਰੇ ਨਾਲ ਗੱਡੀ ਚਲਾ ਰਿਹਾ ਸੀ, ਉਹ ਦਿੱਲੀ ਦੇ ਉਸ ਇਲਾਕੇ ਵਿੱਚ ਗਿਆ ਜਿੱਥੇ ਸਭ ਤੋਂ ਜ਼ਿਆਦਾ ਕਤਲ ਗਾਰਤ ਹੋਈ। ਤੇ ਹੋਰ ਕਿਵੇਂ ਦਾ ਐਵੀਡੈਂਸ ਚਾਹੀਦਾ ਹੁੰਦਾ, ਹੋਰ ਕਿਵੇਂ ਦੀ ਗਵਾਹੀਆਂ ਚਾਹੀਦੀਆਂ ਹੁੰਦੀਆਂ ਨੇ। ਇਨਫੈਕਟ ਜਗਦੀਸ਼ ਟਾਈਟਲਰ ਨੇ ਬਾਅਦ ਦੇ ਵਿੱਚ ਕੋਆਪਰੇਟ ਵੀ ਨਹੀਂ ਕੀਤਾ, ਲਾਈ ਡਿਟੈਕਟਰ ਟੈਸਟ ਲਈ ਵੀ ਨਹੀਂ ਉਹ ਮੰਨਿਆ ਹੈ, ਠੀਕ ਹੈ ਨਾ। ਲੇਕਿਨ ਉਹ ਕੁਦਰਤੀ ਉਸ ਇੰਟਰਵਿਊ ਦੇ ਵਿੱਚ ਗੱਲਾਂ ਬਾਤਾਂ ਨਿਕਲਦੇ ਇਹ ਵਾਲੀ ਗੱਲ ਉਹ ਕਹਿ ਗਏ। ਸਗੋਂ ਉਹਨਾਂ ਨੂੰ ਕਈ ਵਾਰੀ ਰਿਵਾਰਡ ਕੀਤਾ ਗਿਆ ਇੰਸਟੈਡ, ਕਈ ਚੀਜ਼ਾਂ ਉਹਨਾਂ ਨੂੰ ਦਿੱਤੀਆਂ ਗਈਆਂ। ਸੋ ਇਸ ਵੇਲੇ ਫਿਰ ਇਸ ਸਥਿਤੀ ਇਹ ਆ ਕਿ ਜਦੋਂ 1 ਨਵੰਬਰ 2 ਨਵੰਬਰ 3 ਨਵੰਬਰ ਆਉਂਦਾ ਉਦੋਂ ਜ਼ਰੂਰ ਚੇਤੇ ਕਰ ਲੈਂਦੇ ਆ, ਲੇਕਿਨ ਹਾਲੇ ਤੱਕ ਉਹ ਇਨਸਾਫ ਲੈਣ ਲਈ ਕੋਈ ਯੋਜਨਾਬੱਧ ਤਰੀਕੇ ਨਾਲ ਐਫਰਟਸ ਨਹੀਂ ਹੋ ਰਹੀਆਂ, ਸਿਵਾਏ ਸਰਦਾਰ ਫੂਲਕਾ ਦੇ ਜਿਹੜੇ ਕੇਸ ਲੜ ਰਹੇ ਨੇ ਜਾਂ ਲੜਦੇ ਰਹਿੰਦੇ ਨੇ, ਅਤੇ ਜਿਹੜੀਆਂ ਵਿਧਵਾ ਕਲੋਨੀਜ਼ ਵਗੈਰਾ ਨੇ ਉਹਨਾਂ ਦੇ ਲਈ ਫੰਡ ਰੇਜ਼ਿੰਗ ਅਤੇ ਜਾਂ ਹੋਰ ਉਹਨਾਂ ਨੂੰ ਮੁੜ ਵਸੇਬੇ ਦੇ ਇੰਤਜ਼ਾਮ ਕਰਦੇ ਰਹਿੰਦੇ ਨੇ। ਮੇਰਾ ਖਿਆਲ ਆ ਉਹਦੇ 'ਚ ਕਾਫੀ ਇਨਵੋਲਵ ਜੀ, ਉਹ ਵੀ ਇਨਵੋਲਵ ਨੇ, ਹੋਰ ਵੀ ਬਹੁਤ ਲੋਕ ਇਨਵੋਲਵ ਨੇ, ਐਸਾ ਨਹੀਂ ਹੈ, ਬਹੁਤ ਲੋਕ ਇਨਵੋਲਵ ਨੇ। ਈਵਨ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਇੱਥੋਂ ਵੀ ਬੈਠੇ ਕਈ ਲੋਕ ਇਨਵੋਲਵ। ਜੀ ਬਿਲਕੁਲ, ਫੂਲਕਾ ਸਾਹਿਬ ਨੇ ਵੀ ਆਪਣਾ ਬੜਾ ਚੰਗਾ ਯੋਗਦਾਨ ਪਾਇਆ ਹੈ। ਹੋਰ ਬਹੁਤ ਸੇ ਅਜਿਹੇ ਲੋਕ ਨੇ ਜੋ ਕਿ ਸਾਹਮਣੇ ਨਹੀਂ ਆਏ ਲੇਕਿਨ ਉਹਨਾਂ ਨੇ ਬੜਾ ਕੰਮ ਕੀਤਾ। ਇੱਕ ਵਕੀਲ ਸਾਹਿਬ ਨੇ ਸਾਡੇ 'ਚ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਰਹੇ ਨੇ, RS ਚੀਮਾ ਸਾਹਿਬ, ਬਹੁਤ ਹੀ ਉੱਘੇ ਕ੍ਰਿਮੀਨਲ ਲਾਇਰ ਨੇ। ਉਹਨਾਂ ਦਾ ਪਰਿਵਾਰ, ਉਹਨਾਂ ਦੀ ਬੇਟੀ ਵੀ ਐਡਵੋਕੇਟ ਨੇ। ਉਹਨਾਂ ਨੇ ਵੀ ਸੱਜਣ ਕੁਮਾਰ ਦੇ ਕੇਸ ਦੇ ਵਿੱਚ ਬਹੁਤ ਚੰਗਾ ਲੀਗਲ ਜਿਹੜੀ ਐਡਵਾਈਸ ਦਾ ਰੋਲ, ਨਾਟ ਲੀਗਲ ਐਡਵਾਈਸ ਬਟ ਐਕਟਿਵਲੀ ਦੇ ਵਰ ਇਨਵੋਲਵਡ ਇਨ ਦੈਟ ਟਰਾਇਲ। ਅਤੇ ਮਤਲਬ ਦੇਖੋ, ਇੰਨੇ ਸਾਲਾਂ ਬਾਅਦ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਕੋਈ ਸੌਖਾ ਕੰਮ ਨਹੀਂ ਹੈ। ਹੁਣ ਬਹੁਤ ਜਦੋਂ ਤੁਸੀਂ ਜੀ 38 ਸਾਲਾਂ ਬਾਅਦ ਅੱਜ ਜੇ ਕਿਸੇ ਕੇਸ ਦਾ ਟਰਾਇਲ ਚੱਲਦਾ ਪਿਆ, ਉਸ ਕੇਸ ਦੇ ਵਿੱਚ ਬਹੁਤ ਸੇ ਲੋਕ ਮਰ ਚੁੱਕੇ ਨੇ। ਜਿਹੜੇ ਲੋਕਾਂ ਨੇ ਦੰਗੇ ਕੀਤੇ ਜਾਂ ਕਤਲੇਆਮ ਕੀਤਾ, ਉਹ ਕਤਲੇਆਮ ਕਰਨ ਵਾਲੇ ਵੀ ਨਹੀਂ ਹੁਣ ਬਚੇ ਹੈਗੇ ਨੇ ਕਈ ਥਾਵਾਂ ਤੇ, ਤਾਂ ਕਿਉਂਕਿ ਭਗਤ ਤਾਂ ਮਰ ਹੀ ਗਿਆ ਜੀ। HKL ਭਗਤ ਮਾਰ ਚੁੱਕਾ ਹੈ। ਹੋਰ ਬਹੁਤ ਸੇ ਲੋਕ ਸੀ ਜੀ ਹੇਠਲੇ ਪੱਧਰ ਤੇ, ਜਿਵੇਂ ਮੈਂ ਕਈਆਂ ਦੇ ਨਾਂ ਵੀ ਲਏ ਨੇ, ਧਰਮਦਾਸ ਸ਼ਾਸਤਰੀ, ਬਲਰਾਮ ਖੋਖਰ। ਕਿਉਂਕਿ ਐਕਚੁਅਲੀ ਇਹ ਜਿਹੜਾ ਕਤਲੇਆਮ ਸੀ ਇਹ ਪਲੈਨਡ ਸੀ, ਇਹ ਕੋਈ ਰਿਐਕਸ਼ਨ ਉਸ ਤਰੀਕੇ ਦਾ ਨਹੀਂ ਸੀ। ਇਸ ਨੂੰ ਹਮੇਸ਼ਾ ਇੱਕ ਦੱਸਿਆ ਜਾਂਦਾ ਹੈ, ਈਵਨ ਜਗਦੀਸ਼ ਟਾਈਟਲਰ ਵੀ ਕਹਿੰਦਾ ਰਿਹਾ ਕਿ ਇਹ ਰਿਐਕਸ਼ਨ ਸੀ, ਜਦਕਿ ਰਿਐਕਸ਼ਨ ਨਹੀਂ ਸੀ। ਕਿਉਂਕਿ ਰਿਐਕਸ਼ਨ ਤਾਂ ਹੁੰਦਾ ਨਾ ਕਿ ਜਦੋਂ ਜੇ ਰਿਐਕਸ਼ਨ ਹੁੰਦਾ ਤਾਂ ਫਿਰ ਹੋਰ ਬਹੁਤ ਵੱਡੇ ਪੱਧਰ ਦਾ ਕਤਲੋਗਾਰਤ ਹੋਣੀ ਸੀ। ਜੇ ਸਿੱਖਾਂ ਦੇ ਖਿਲਾਫ ਹੀ ਐਡਾ ਵੱਡਾ ਸਾਕਾ ਹੋਣਾ ਹੁੰਦਾ ਤਾਂ ਫਿਰ ਵੱਡਾ ਹੋ ਸਕਦਾ ਸੀ। ਲੇਕਿਨ ਕਿਉਂਕਿ ਉਹਨਾਂ ਇਲਾਕਿਆਂ ਜਿੱਥੇ ਪ੍ਰਭਾਵਸ਼ਾਲੀ ਮੈਂਬਰ ਪਾਰਲੀਮੈਂਟ ਸੀ, ਜਾਂ ਜਿੱਥੇ ਉਹਨਾਂ ਦੇ ਗੁਰਗਿਆਂ ਨੇ ਜਾਂ ਉਹਨਾਂ ਦੇ ਜਿਹੜੇ ਲੋਕਲ ਜਿਹੜੇ ਛੁਟਭਈਏ ਲੀਡਰ, ਮੈਂ ਇਹਨਾਂ ਨੂੰ ਕਹਿਣਾ ਕਾਉਂਸਲਰਸ ਹੁੰਦੇ ਨੇ, ਉਹਨਾਂ ਨੇ ਜ਼ਿਆਦਾ ਵੱਧ ਚੜ੍ਹ ਕੇ ਕੰਮ ਕੀਤਾ। ਕੰਮ ਮਤਲਬ ਕਿ ਕਤਲੋਗਾਰਤ ਕੀਤੀ, ਅਤੇ ਉਹਨਾਂ ਦੇ ਅੱਗੇ ਇੱਕ ਤਰੀਕੇ ਨਾਲ ਟਾਰਗੇਟ ਦਿੱਤੇ ਗਏ। ਕਿਉਂਕਿ ਇਹ ਬੇਸਿਕਲੀ ਇੱਕ ਪੋਲੀਟੀਕਲ ਪਾਰਟੀ ਦੀ ਲੀਡਰ ਮਾਰੀ ਜਾਂਦੀ ਹੈ, ਅਤੇ ਉਸ ਦੇ ਲੋਕਾਂ ਵੱਲੋਂ ਕੀਤਾ ਗਿਆ ਇੱਕ ਕਤਲੇਆਮ ਸੀ, ਨਾ ਕਿ ਮਾਸ ਅਪਰਾਈਜ਼ਿੰਗ। ਇਹਦੇ ਵਿੱਚ ਮੈਂ ਇੱਕ ਹੋਰ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਵੀ ਜਿਹੜੀ ਚਲੋ ਦਿੱਲੀ ਦੇ ਵਿੱਚ ਤਾਂ ਇਹ ਜੋ ਕੁਛ ਹੋਇਆ ਜਿਹੜਾ ਨਾਕਾਬਲੇ ਬਰਦਾਸ਼ਤ ਹੈ, ਪਰ ਫਿਰ ਲੋਕਾਂ ਨੇ ਫਿਰ ਵੀ ਸਹਿ ਲਿਆ।
ਪਰ ਨਾਗਪੁਰ ਦੇ ਵਿੱਚ ਜਾਂ ਹੋਰ ਕਈ ਥਾਵਾਂ ਦੇ ਉੱਤੇ ਕਾਨਪੁਰ ਦੇ ਵਿੱਚ ਜਾਂ ਹੋਰ ਕਈ ਹਿੱਸਿਆਂ ਦੇ ਵਿੱਚ ਉੱਥੇ ਜਾ ਕੇ ਕਤਲੇਆਮ ਕਰਨ ਦਾ ਕੀ ਆਈਡੀਆ ਸੀ? ਦੇਖੋ ਉੱਥੇ ਵੀ ਮੈਂ ਥਿੰਡ ਸਾਹਿਬ ਉੱਥੇ ਤਾਂ ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ ਹੋਈ। ਨਹੀਂ ਬਿਲਕੁਲ ਮੈਂ ਇਹ ਦੱਸਦਾ ਵੀ ਜਦੋਂ ਵੀ ਕੋਈ ਘਟਨਾ ਵੱਡੀ ਹੁੰਦੀ ਹੈ ਅਤੇ ਇੱਕ ਕਮਿਊਨਿਟੀ ਨੂੰ ਉਸ ਦੇ ਨਾਲ ਆਈਡੈਂਟੀਫਾਈ ਕਰ ਲਿਆ ਜਾਂਦਾ। ਦਿੱਲੀ ਦੇ ਵਿੱਚ ਕੰਮ ਸ਼ੁਰੂ ਹੋ ਗਿਆ, ਦਿੱਲੀ ਦੇ ਵਿੱਚ ਕਤਲੇਆਮ ਸ਼ੁਰੂ ਹੋ ਜਾਂਦਾ ਅਤੇ ਉਸ ਤੋਂ ਬਾਅਦ ਉਸਦਾ ਇੱਕ ਜਿਹੜਾ ਸਪਾਇਰਲ ਇਫੈਕਟ ਆ ਆਲ ਓਵਰ ਕੰਟਰੀ 'ਚ ਵੇਖਣ ਨੂੰ ਮਿਲਦਾ ਹੈ। ਤੁਸੀਂ ਅਜਿਹੀ ਸਿਚੁਏਸ਼ਨ ਨੂੰ ਫਿਰ ਹੈਂਡਲ ਨਹੀਂ ਕਰ ਸਕਦੇ। ਕਿਹੜੀ ਥਾਂ 'ਤੇ ਇਸਨੇ ਕਿੰਨੀ ਪ੍ਰਪੋਰਸ਼ਨ ਦੇ ਵਿੱਚ ਹੋਣਾ ਹੈ, ਕਿੰਨੇ ਅਨੁਪਾਤ ਦੇ ਵਿੱਚ ਹੋਣਾ, ਉਸ ਨੂੰ ਤੁਸੀਂ ਫਿਰ ਦੰਗਾ ਸ਼ੁਰੂ ਤਾਂ ਕੀਤਾ ਜਾ ਸਕਦਾ ਹੈ, ਲੇਕਿਨ ਉਸ ਨੂੰ ਕੰਟਰੋਲ ਕਰਨਾ ਫਿਰ ਉਸ ਤੋਂ ਬਾਅਦ ਕਿਸੇ ਦੇ ਵੱਸਦਾ ਨਹੀਂ ਰਹਿੰਦਾ। ਤੁਹਾਨੂੰ ਲੱਗਦਾ ਵੀ ਇਹ ਟ੍ਰਿਕਲ ਇਫੈਕਟ ਸੀਗਾ ਕਾਨਪੁਰ ਵਗੈਰਾ 'ਚ? ਯੈਸ, ਇਟ ਵਾਜ਼ ਅ ਟ੍ਰਿਕਲ ਇਫੈਕਟ। ਇਸੇ ਗੱਲ ਦਾ ਟ੍ਰਿਕਲ ਇਫੈਕਟ, ਕਿਉਂਕਿ ਜਿੱਥੇ ਜਿੱਥੇ ਇਹ ਅਪਰਾਈਜ਼ਿੰਗ ਹੋਈ ਹੈ, ਜਿੱਥੇ ਜਿੱਥੇ ਖਬਰਾਂ ਜਿਵੇਂ ਪਹੁੰਚੀਆਂ, ਹੁਣ ਈਵਨ ਦਿੱਲੀ ਦੇ ਵਿੱਚ ਤੁਸੀਂ ਵੇਖੋ ਵੀ ਮੈਂ 3 ਇਲਾਕਿਆਂ ਦਾ ਨਾਂ ਲਿਆ, ਟਰਾਂਸ ਯਮੁਨਾ ਦੀ ਗੱਲ ਕੀਤੀ ਹੈ, ਕੈਂਟ ਸਾਊਥ ਦੀ ਗੱਲ ਕੀਤੀ ਹੈ, ਅਤੇ ਕੁਛ ਹੋਰ ਦਿੱਲੀ ਦੇ ਇਲਾਕੇ ਸੀਗੇ। ਉਹਨਾਂ ਤੋਂ ਇਲਾਵਾ ਹੋਰ ਇਲਾਕਿਆਂ ਦੇ ਵਿੱਚ ਨਹੀਂ ਕੁਛ ਹੁੰਦਾ ਹੈ। ਈਵਨ ਦਿੱਲੀ ਕੈਂਟ ਦੇ ਵਿੱਚ ਜਿੱਥੇ ਆਰਮੀ ਵਾਸ ਔਨ ਸਟੈਂਡ ਬਾਏ, ਇਮੈਜਿਨ ਤੁਸੀਂ ਇਹ ਕਰੋ, ਦੇਸ਼ ਦੇ ਉਸ ਵਕਤ ਗ੍ਰਹਿ ਮੰਤਰੀ ਸੀ PV ਨਰਸਿਮਹਾ ਰਾਓ, ਅਤੇ ਇਹ ਅਕਾਊਂਟ ਹੈਗਾ ਕਈ ਅਜਿਹੇ ਜਿਹੜੇ ਲੋਕ ਹਜੇ ਵੀ ਐਗਜ਼ਿਸਟ ਜਿਉਂਦੇ ਹੈਗੇ ਨੇ, ਉਹਨਾਂ ਨੇ ਦੱਸਿਆ ਵੀ ਸਿੱਖ ਲੀਡਰਸ਼ਿਪ ਜਾ ਕੇ ਉਹਨਾਂ ਨੂੰ ਮਿਲਦੀ ਹੈ। ਖੁਦ ਗਿਆਨੀ ਜ਼ੈਲ ਸਿੰਘ PV ਨਰਸਿਮਹਾ ਰਾਓ ਨੂੰ ਕਹਿੰਦੇ ਕਿ ਤੁਸੀਂ ਕਾਲ ਆਊਟ ਆਰਮੀ, ਲੇਕਿਨ ਨਰਸਿਮਹਾ ਰਾਓ ਵੀ ਫॉर ਸਰਟਨ ਰੀਜ਼ਨ ਉਹਨਾਂ ਨੇ ਘੱਟੋ ਘੱਟ 1.5 ਦਿਨ ਇਸ ਉੱਤੇ ਰਿਸਪੌਂਡ ਨਹੀਂ ਕੀਤਾ, ਜਦੋਂ ਕਿ ਸਿੱਖ ਲੀਡਰਸ਼ਿਪ, ਸਿੱਖਾਂ ਦੀ ਕਮੇਟੀਆਂ, ਸਿੱਖਾਂ ਦੇ ਕਈ ਨੁਮਾਇੰਦੇ ਜਿਹੜੇ ਚੰਗੇ ਲੀਡਰ ਮਤਲਬ ਲੋਕ ਪਰਿਵਾਰ ਉੱਥੇ ਚੰਗੀ ਬੱਸੋਂ ਸੀ, ਬੜੇ ਪ੍ਰਭਾਵਸ਼ਾਲੀ ਲੋਕ ਸੀ, ਕਲਾਊਡ ਸੀ ਉਹਨਾਂ ਦਾ ਪੋਲੀਟੀਕਲ, ਅਤੇ ਉਹ ਇਹਨਾਂ ਦੇ ਨਾਲ ਰੋਜ਼ ਉੱਠਣਾ ਬੈਠਣਾ ਸੀ, ਅਤੇ ਉਹ ਜਾ ਕੇ ਮਿਲਦੇ ਨੇ, ਦੱਸਦੇ ਨੇ ਕਿ ਅਸੀਂ PV ਨਰਸਿਮਹਾ ਰਾਓ ਨੂੰ ਜਾ ਕੇ ਮਿਲਦੇ ਹਾਂ, ਅਤੇ PV ਨਰਸਿਮਹਾ ਰਾਓ ਸਾਡੀ ਗੱਲ ਨੂੰ ਸੁਣਦਾ ਵੀ ਹੈ, ਉਹ ਹਾਮੀ ਵੀ ਭਰਦਾ, ਹਾਂ ਬਿਲਕੁਲ ਸੀਰੀਅਸ ਸਿਚੁਏਸ਼ਨ ਹੈ, ਲੇਕਿਨ ਇਸ ਦੇ ਬਾਵਜੂਦ ਆਰਮੀ ਕਾਲ ਆਊਟ ਨਹੀਂ ਕੀਤੀ ਜਾਂਦੀ। ਅਤੇ ਜਿਵੇਂ ਹੀ ਆਰਮੀ ਕਾਲ ਆਊਟ ਹੁੰਦੀ ਹੈ, ਜਾਂ ਇਨਫੈਕਟ ਕੈਂਟ ਦੇ ਵਿੱਚ ਸ਼ਾਇਦ ਥੋੜ੍ਹੇ ਜਿਹੇ ਜਿਹੜੇ ਲੋਕਲ ਕਮਾਂਡਰ ਸੀ, ਉਹਨਾਂ ਨੇ ਖੁਦ ਹੀ ਇਨੀਸ਼ੀਏਟਿਵ ਲੈ ਕੇ ਆਪਣੇ ਲੈਵਲ ਦੇ ਉੱਤੇ ਕਈ ਚੀਜ਼ਾਂ ਨੂੰ ਸਮੇਂ ਤੋਂ ਪਹਿਲਾਂ ਰੋਕ ਲਿਆ, ਲੇਕਿਨ ਦੇ ਵਰ ਔਨ ਦਾ ਸਟੈਂਡ ਬਾਏ, ਆਰਮੀ ਵਾਸ ਵੇਟਿੰਗ ਕਿ ਸਾਨੂੰ ਇੰਸਟਰਕਸ਼ਨ ਮਿਲੇ ਅਤੇ ਅਸੀਂ ਜਾਈਏ, ਲੇਕਿਨ PV ਨਰਸਿਮਹਾ ਰਾਓ ਸਿੰਗਲ ਪੁਆਇੰਟ ਉਹਨਾਂ ਦਾ ਕਦੇ ਜ਼ਿਕਰ ਨਹੀਂ ਹੋਇਆ, ਐਡਾ ਚਰਚਾ ਨਹੀਂ ਹੋਈ। ਹੁਣ ਉਹਨਾਂ ਨੂੰ ਕੀ ਰਾਜੀਵ ਗਾਂਧੀ ਤੋਂ ਇੰਸਟਰਕਸ਼ਨ ਸੀ, ਜਾਂ ਉਹ ਰਾਜੀਵ ਗਾਂਧੀ ਤੋਂ ਆਰਡਰਸ ਦੀ ਵੇਟ ਕਰਦੇ ਰਹੇ, ਸਾਹਮਣੇ ਨਹੀਂ ਆਈ। ਇਹ ਗੱਲ ਕਦੇ ਕਲੀਅਰ ਨਹੀਂ ਹੋ ਪਾਈ, ਕਿਉਂਕਿ ਸਰਕਾਰਾਂ ਇਹਨਾਂ ਦੀਆਂ ਰਹੀਆਂ ਜ਼ਿਆਦਾਤਰ 2014 ਤੱਕ ਤਾਂ ਸਰਕਾਰ ਬਾਏ ਐਂਡ ਲਾਰਜ ਕਾਂਗਰਸ ਦੀ ਹੀ ਰਹੀ। ਸੋ ਇਹ ਚੀਜ਼ਾਂ ਦੇ ਬਾਰੇ ਕੋਈ ਹੁਣ ਅੱਜ ਵੀ ਉਹਨਾਂ 8 ਸਾਲ ਬੀਤ ਚੁੱਕੇ ਨੇ BJP, ਇਹਨਾਂ ਨੇ ਕਿੰਨੇ ਫੈਕਟ ਕੱਢ ਲਏ ਨੇ। ਸਰਕਾਰ ਦੀਆਂ ਜਿਹੜੀਆਂ ਲੌਗਸ ਹੁੰਦੇ ਨੇ, ਕਮਿਊਨੀਕੇਸ਼ਨ ਹੁੰਦਾ, ਉਹਦੇ 'ਚੋਂ ਬਹੁਤ ਚੀਜ਼ਾਂ ਕੱਢੀਆਂ ਜਾਣੀਆਂ ਚਾਹੀਦੀਆਂ ਸੀ। ਇਨਵੈਸਟੀਗੇਸ਼ਨ ਹੀ ਹੁੰਦੀ ਹੈ ਵੀ ਕੌਣ ਕੀ ਕਰਦਾ ਪਿਆ ਸੀਗਾ, ਹੋਮ ਮਿਨਿਸਟਰ ਦਾ ਕੀ ਰੋਲ ਸੀ, ਰਾਸ਼ਟਰਪਤੀ ਨੇ ਕੀ ਕਮਾਂਡ ਦਿੱਤੀ, ਪੁਲਿਸ ਨੂੰ ਕੀ ਕਿਹਾ ਗਿਆ, ਪੁਲਿਸ ਨੇ ਉਸ ਦੇ ਉੱਤੇ ਕੀ ਕੀਤਾ, ਆਰਮੀ ਸਟੈਂਡ ਬਾਏ ਨਹੀਂ ਸਮੇਂ ਕਿਉਂ ਰੱਖੀ ਗਈ। ਹੁਣ ਇਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਤਾਂ ਹੋਈ ਨਹੀਂ। ਅਸੀਂ ਤਾਂ ਉਸ ਸਿਰ ਮੁਆਵਜ਼ਿਆਂ ਤੱਕ ਅਤੇ ਗਿਣਤੀਆਂ ਮਿਣਤੀਆਂ ਤੱਕ ਹੀ ਰਹਿ ਗਏ ਵੀ ਕਿੰਨੇ ਮਰੇ, ਕਿੰਨੇ ਮੁਆਵਜ਼ੇ। ਉਹ ਵੀ ਜ਼ਰੂਰੀ ਪੱਖ ਹੈ, ਉਹ ਵੀ ਜ਼ਰੂਰੀ ਪੱਖ ਹੈਗਾ ਜ਼ਰੂਰ, ਪਰ ਜਿਹੜਾ ਭਾਰਤ ਦੀ ਸਰਕਾਰ ਦੇ ਜਿਹੜਾ ਮੱਥੇ 'ਤੇ ਕਾਲਾ ਧੱਬਾ ਰਹੇਗਾ, ਕਿਉਂਕਿ ਇਹਦੇ 'ਚ ਇਨਸਾਫ ਨਹੀਂ ਹੋਇਆ। ਲੋਕ ਮਰ ਬੇਸ਼ੱਕ ਗਏ, ਕੁਦਰਤੀ ਮੌਤ ਮਰੇ ਜਾਂ ਬਿਮਾਰ ਹੋ ਕੇ ਮਰ ਗਏ, ਲੇਕਿਨ ਉਹਨਾਂ ਲੋਕਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਜਿਨ੍ਹਾਂ ਲੋਕਾਂ ਨੇ ਇਹਨੂੰ ਇਨੀਸ਼ੀਏਟ ਕੀਤਾ, ਸਗੋਂ ਇਹਨੂੰ ਅੱਗੇ ਲੈ ਕੇ ਗਏ, ਔਰ ਇਹਦੀਆਂ ਰਿਪਰਕਸ਼ਨ ਦੇ ਤੌਰ 'ਤੇ ਕਲਕੱਤੇ ਤੱਕ, ਕਾਨਪੁਰ ਤੱਕ ਕੀ ਪਟਿਆਲੇ ਤੱਕ ਵੀ ਇਹਦੀਆਂ ਜਿਹੜੀਆਂ ਸੀ ਰਿਐਕਸ਼ਨ ਜਿਹੜਾ ਇੱਥੇ ਤੱਕ ਵੀ ਪਹੁੰਚਿਆ। ਹੋਰ ਅਖੀਰ 'ਚ ਅੱਜ ਤੁਸੀਂ ਸਾਡੇ ਸੁਣਨ ਵਾਲੇ ਨੂੰ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ? ਦੇਖੋ ਥਿੰਡ ਸਾਹਿਬ, ਬਾਕੀ ਤਾਂ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ, ਹਰ ਸਾਲ ਜਦੋਂ ਵੀ ਇਹ ਦਿਨ ਆਉਂਦੇ ਨੇ ਆਪਾਂ ਯਾਦ ਕਰਦੇ ਹਾਂ, ਲੇਕਿਨ ਮੁੱਢਲਾ ਮੁੱਦਾ ਹੈ ਕਿ ਅਸੀਂ ਬਹੁਤ ਕੁਝ ਕਰ ਨਹੀਂ ਪਾਏ, ਅਤੇ ਇਹ ਜਿਹੜਾ ਇਨਸਾਫ ਨਾ ਹੋ ਪਾਉਣਾ, ਅਤੇ ਇਨਸਾਫ ਨਾ ਹੋ ਪਾਉਣਾ ਇਹ ਮਹਿਸੂਸ ਕਰਨਾ, ਦੋ ਚੀਜ਼ਾਂ ਹੁੰਦੀਆਂ ਨੇ। ਤਾਂ ਇਨਸਾਫ ਨਹੀਂ ਹੋ ਪਾਇਆ, ਅਤੇ ਲੇਕਿਨ ਮਹਿਸੂਸ ਇਸ ਨੂੰ ਕੀਤਾ ਜਾਂਦਾ ਹੈ। ਅਤੇ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ, ਦੇਖੋ 1984 ਦੇ ਵਿੱਚ ਜੇ ਸਹੀ ਐਕਸ਼ਨ ਲਿਆ ਗਿਆ ਹੁੰਦਾ ਤਾਂ 2002 ਗੁਜਰਾਤ ਨਹੀਂ ਸੀ ਹੋਣਾ। ਬਿਲਕੁਲ। ਅਤੇ ਭਵਿੱਖ ਦੇ ਵਿੱਚ ਇੱਕ ਮਲਟੀਕਲਚਰਲ ਸੁਸਾਇਟੀ ਜਿਵੇਂ ਕਿ ਇੰਡੀਆ ਹੈ, ਉਹਦੇ ਵਿੱਚ ਭਵਿੱਖ ਦੇ ਵਿੱਚ ਵੀ ਇਸ ਤਰੀਕੇ ਦੀਆਂ ਘਟਨਾਵਾਂ ਵਾਪਰ ਸਕਦੀਆਂ ਨੇ, ਬਿਕੋਜ਼ ਸਾਡੇ ਕੋਲ ਚੰਗੇ ਪ੍ਰੈਸੀਡੈਂਟਸ ਨਹੀਂ ਨੇ, ਸਾਡੇ ਕੋਲ ਚੰਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਡਿਟਰੈਂਸ ਹੈ ਨਹੀਂ ਦੋਵੇਂ ਕੇਸਾਂ ਦੇ 1984 ਦੇਸ਼ ਦਾ ਸਭ ਤੋਂ ਵੱਡਾ ਕਤਲੇਆਮ 1984 ਹੀ ਸੀ। ਉਸ ਤੋਂ ਬਾਅਦ 2002 ਦੇ ਵਿੱਚ ਉਹ ਚੀਜ਼ ਗੁਜਰਾਤ ਦੇ ਵਿੱਚ ਰਿਪੀਟ ਹੁੰਦੀ ਹੈ, ਅਤੇ ਉੱਥੇ ਵੀ ਲਗਭਗ ਇਹ ਚੀਜ਼ਾਂ ਹੋਈਆਂ ਨੇ, ਇਨਫੈਕਟ ਹੋਈਆਂ ਨੇ, ਐਸੀ ਕੋਈ ਗੱਲ ਹੀ ਨਹੀਂ। ਉੱਥੇ ਵੀ ਸਰਕਾਰਾਂ ਨੇ ਪਰਦਾ ਪਾਇਆ, ਅਤੇ ਬਾਅਦ ਦੇ ਵਿੱਚ ਉਹੀ ਸਰਕਾਰਾਂ ਕੇਂਦਰ ਦੇ ਵਿੱਚ ਕਾਬਜ਼ ਵੀ ਹੋ ਜਾਂਦੀਆਂ ਨੇ, ਉਹ ਵੀ ਪਾਰਟੀਆਂ। ਸੋ ਜਦੋਂ ਫਿਰ ਉਹ ਕਹਿਣ ਦਾ ਭਾਅ ਇਹ ਹੈਗਾ ਜੀ ਕਿ
ਸਿਸਟਮ ਆਪਣੇ ਆਪ ਨੂੰ ਅਕਾਊਂਟੇਬਲ ਜਦ ਤੱਕ ਨਹੀਂ ਠਹਿਰਾਏਗਾ, ਜਦ ਤੱਕ ਤੁਸੀਂ ਕਰੈਕਟਿਵ ਮੇਜਰਸ ਨਹੀਂ ਲਓਗੇ, ਤਦ ਤੱਕ ਭਵਿੱਖ ਦੇ ਵਿੱਚ ਇਹੋ ਜਿਹੀ ਘਟਨਾ ਅਣਸੁਖਾਵੀਂ ਜਾਂ ਕਤਲੇਆਮ ਨਾ ਹੋਵੇ, ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ ਹਿੰਦੁਸਤਾਨ 'ਚ ਦਿੱਤੀ ਜਾ ਸਕਦੀ ਇਸ ਵਕਤ। ਸੋ ਬਿਕੋਜ਼ ਵੀ ਨੋ, ਸਾਡੇ ਇੱਥੇ ਪਤਾ ਹੈ ਕਿ ਮੌਕੇ ਦੀ ਨਜ਼ਾਕਤ ਹੈਗੀ ਹੈ, ਮੌਕੇ ਦੇ ਉੱਤੇ ਜੇ ਕੁਝ ਕਰ ਲਿਆ ਗਿਆ, ਨਹੀਂ ਤਾਂ ਲੌਂਗ ਟਰਮ ਦੇ ਵਿੱਚ ਤਾਂ ਇੱਥੇ ਜਸਟਿਸ ਮਿਲਣਾ ਅਸੰਭਵ ਹੀ ਹੈ। ਬਿਲਕੁਲ। ਜਿਵੇਂ ਜਿਵੇਂ ਸਮਾਂ ਬੀਤੇਗਾ ਹੋਰ ਔਖਾ ਹੁੰਦਾ ਜਾਏਗਾ। ਬਹੁਤ ਬਹੁਤ ਮਿਹਰਬਾਨੀ ਰਤੇਸ਼ ਲੱਖੀ ਜੀ, ਤੁਹਾਡਾ ਬਹੁਤ ਸ਼ੁਕਰੀਆ। ਧੰਨਵਾਦ ਸਰ।